ਗੁਰ ਸੇਵੀਐ ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਆਪੇ ਕੁਦਰਤ ਸਾਜਕਾ ਆਪੇ ਕਰੇ ਵਿਚਾਰ। ਇਕ ਖੋਟੇ ਇਕ ਖਰੇ ਆਪੇ ਪਰਖਣਹਾਰ। ਆਪੇ ਕੁਦਰਤ ਸਾਜਕਾ ਆਪੇ ਕਰੇ ਵਿਚਾਰ। ਇਕ ਖੋਟੇ ਇਕ ਖਰੇ ਆਪੇ ਪਰਖਣਹਾਰ। ਖਰੇ ਖਜ਼ਾਨੈ ਪਾਈਐ ਖੋਟੇ ਸਟੀਐ ਬਾਹਰ ਵਾਰ। ਖੋਟੇ ਸੱਚੀ ਦਰਗਹ ਸੁਟੀਐ ਕਿਸ ਆਗਾ ਕਰਹਿ ਪੁਕਾਰ। ਸਤਿਗੁਰ ਪਿਛੈ ਭਜ ਪਵਹਿ ਏਹਾ ਕਰਨੀ ਸਾਰ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਣ ਹਾਰ। ਸੱਚੀ ਦਰਗਹ ਮੰਨੀਅਨ ਗੁਰ ਕਾ ਪ੍ਰੇਮ ਪਿਆਰ। ਗਣਤ ਤਿਨਾਦੀ ਕੋ ਕਿਆ ਕਰਹਿ ਜੋ ਆਪ ਬਖਸ਼ੇ ਕਰਤਾਰ। ਸੱਚੀ ਦਰਗਹ ਮੰਨੀਅਨ ਗੁਰ ਕਾ ਪ੍ਰੇਮ ਪਿਆਰ। ਗਣਤ ਤਿਨਾਦੀ ਕੋ ਕਿਆ ਕਰੇ ਜੋ ਆਪ ਬਖਸ਼ੇ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ ਕਿਰਪਾ ਦੀ ਖਾਨ ਸ਼ਬਦਾ ਅਵਤਾਰ 10 ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਜੀ ਦੀ ਪਰਮ ਦਇਆ ਸਦਕਾ ਬਾਜਾਂ ਵਾਲੇ ਸਤਿਗੁਰਾਂ ਜੀ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਇਹ ਸਤ ਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੇ ਪਵਿੱਤਰ ਦਰਬਾਰ ਅੰਦਰ ਤੁਰਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਉਪਦੇਸ਼ ਮਨ ਬਿਰਤੀ ਇਕਾਗਰ ਕਰਕੇ ਪਿਆਰ ਨਾਲ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰਾਂ ਜੀ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਪਰਮੇਸ਼ਰ ਦੇ ਸਰੂਪ ਦਾ ਸਾਨੂੰ ਨਿਸ਼ਚਾ ਆਵੇ, ਉਹਦੀ ਪ੍ਰਾਪਤੀ ਕਿਵੇਂ ਹੈ। ਸਤਿਗੁਰਾਂ ਜੀ ਨੇ ਤਨਾਸਰੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼੍ਰੀ ਮੁਖ ਵਾਕ ਬਖਸ਼ਿਆ, ਕਾਹੇ ਰੇ ਬਨ ਖੋਜਨ ਜਾਈ।
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਸਿੱਖਿਆ ਦਿੰਦੇ ਹੈ ਕਿ ਇਹ ਮਨਾ ਬਨ ਵਿੱਚ ਜੰਗਲ ਵਿੱਚ ਕਾਹਨੂੰ ਖੋਜਣ ਵਾਸਤੇ ਜਾਣਾ ਹੈ, ਕਿਉਂਕਿ ਉਹ ਸਾਰਿਆਂ ਥਾਵਾਂ ਤੇ ਨਿਵਾਸ ਕਰ ਰਿਹਾ ਹੈ, ਪਰ ਫਿਰ ਵੀ ਸਾਰਿਆਂ ਤੋਂ ਅਲੇਪਾ ਨਿਰਲੇਪ ਹੈ। ਮਹਾਰਾਜ ਜੀ ਕਹਿੰਦੇ ਹੈ ਜੇ ਤਾਂ ਉਹ ਇੱਥੇ ਨਾ ਹੋਵੇ ਤਾਂ ਫਿਰ ਭਾਈ ਬਨ ਜੰਗਲ ਵਿੱਚ ਖੋਜਣ ਜਾਈਏ। ਉਹ ਤਾਂ ਮਹਾਰਾਜ ਕਹਿੰਦੇ ਹੈ ਕਿ ਸਭ ਥਾਵਾਂ ਤੇ ਇੱਕੋ ਜਿਹਾ ਹੀ ਸਮਾ ਰਿਹਾ ਹੈ, ਤੇ ਫਿਰ ਮਹਾਰਾਜ ਕਹਿੰਦੇ ਜੰਗਲ 'ਚ ਗੁਰਮੁਖ ਕੀ ਕਰਨ ਜਾਣਾ ਹੈ। ਜੇ ਮਹਾਰਾਜ ਜੀ ਦਾ ਉਪਦੇਸ਼ ਸੁਣੀਏ ਤੇ ਹਜੂਰ ਨੇ ਕਿਹਾ ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਜਿਹੜਾ ਮਨ ਵਿੱਚ ਸੰਸਾਰ ਦੇ ਸੁੱਖਾਂ ਤੋਂ ਉਦਾਸ ਹੋਣਾ ਨਾ, ਇਹੀ ਜੰਗਲ ਵਿੱਚ ਮਹਾਰਾਜ ਕਹਿੰਦੇ ਭਾਈ ਜਾਣ ਦੇ ਬਰਾਬਰ ਹੈ, ਕਿਉਂਕਿ ਸੁੱਖ ਫਿਰ ਉਹਨੂੰ ਆਕਰਸ਼ਿਤ ਨਹੀਂ ਕਰਦੇ। ਉਹ ਬਹੁਤਿਆਂ ਵਿੱਚ ਰਹਿੰਦਾ ਹੋਇਆ ਵੀ ਇਕੱਲਾ ਹੀ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਤੇਰੇ ਨਾਲ ਸਮਾ ਰਿਹਾ ਹਰ ਵੇਲੇ, ਪਰ ਤੇਰੇ ਵਿੱਚ ਵੀ ਹੈ ਤੇ ਤੇਰੇ ਤੋਂ ਨਿਰਲੇਪ ਵੀ ਹੈ, ਤੇਰੇ ਤੋਂ ਅਸੰਗ ਵੀ ਹੈ। ਮਹਾਰਾਜ ਜੀ ਉਹ ਕਿਵੇਂ ਹੈ? ਮਹਾਰਾਜ ਫਿਰ ਆਖਿਆ ਕਿ ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਜਿਹੜੀ ਕਾਈ ਉੱਤੇ ਬੂਰ ਆ ਜਾਂਦਾ ਨਾ ਪਾਣੀ ਦੇ, ਉਹ ਕਾਈ ਜੰਮ ਜਾਂਦੀ ਹੈ, ਪਰਤ ਜੰਮ ਜਾਂਦੀ ਹੈ, ਤੇ ਵੇਖਣ ਨੂੰ ਪ੍ਰਤੀਤ ਹੁੰਦਾ ਹੈ ਕਿ ਇਹ ਕਾਈ ਹੈ, ਬਸ ਇਹ ਪਰਤ ਰਹਿ ਗਈ ਹੈ ਹਰਿਆਵਲਤਾ ਦੀ, ਪਾਣੀ ਨਹੀਂ ਹੈ ਥੱਲੇ। ਪਰ ਜਦੋਂ ਦੋਵੇਂ ਹੱਥਾਂ ਨਾਲ ਉਸ ਕਾਈ ਨੂੰ ਪਿਛਾਂਹ ਕਰੀਏ, ਹਟਾਈਏ, ਤੇ ਫਿਰ ਕੀ ਦਿਸਦਾ ਹੈ? ਜਲ ਦਿਸ ਆਉਂਦਾ ਹੈ ਸਾਹਮਣੇ। ਮਹਾਰਾਜ ਕਹਿੰਦੇ ਭਾਈ ਸਭ ਬ੍ਰਹਮ ਹੈ, ਬ੍ਰਹਮ ਤੋਂ ਬਿਨਾਂ ਤਾਂ ਕੁਛ ਵੀ ਨਹੀਂ। ਪਰ ਗੱਲ ਇਹ ਹੈ ਕਿ ਭਰਮ ਦੀ ਕਾਈ ਆ ਗਈ ਉੱਤੇ, ਇਹ ਭਰਮ ਪੈ ਗਿਆ, ਤੇ ਭਰਮ ਕਰਕੇ ਸੰਸਾਰ ਪ੍ਰਤੀਤ ਹੁੰਦਾ ਹੈ, ਭਰਮ ਕਰਕੇ ਦੇਹਾਂ ਦਾ ਬਲ ਪ੍ਰਤੀਤ ਹੁੰਦਾ ਹੈ। ਜੋ ਆਪ ਬਲ ਦਾ ਸੋਮਾ ਹੈ, ਸਭ ਨੂੰ ਬਲ ਦੇਣ ਵਾਲਾ ਹੈ, ਕਿਉਂਕਿ ਜੇ ਜਲ ਨਾ ਹੁੰਦਾ ਤਾਂ ਉਹ ਬੂਰ ਉੱਤੇ ਬਣ ਹੀ ਨਹੀਂ ਸੀ ਸਕਦਾ। ਜਲ ਕਰਕੇ ਹੀ ਬੂਰ ਪੈਦਾ ਹੋਇਆ ਹੈ। ਇਹ ਪਰਮੇਸ਼ਰ ਕਰਕੇ ਹੀ ਮਾਇਆ ਹੈ, ਮਾਇਆ ਕਰਕੇ ਵਾਹਿਗੁਰੂ ਨਹੀਂ, ਪਰਮੇਸ਼ਰ ਕਰਕੇ ਮਾਇਆ ਹੈ। ਤੇ ਮਾਇਆ ਦਾ ਹੀ ਭਰਮ ਜਿਹਦੀ ਕਾਈ ਜੰਮ ਗਈ ਉੱਪਰ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਹਰ ਭੀਤਰ ਏਕੋ ਜਾਨੋ। ਭਾਈ ਜੰਗਲ 'ਚ ਕੀ ਕਰਨ ਜਾਣਾ? ਬਾਹਰ ਤੇ ਭੀਤਰ, ਆਪਣੇ ਸਰੀਰ ਤੋਂ ਵੀ ਬਾਹਰ ਤੇ ਸਰੀਰ ਦੇ ਭੀਤਰ ਅੰਦਰ ਹਿਰਦੇ ਦੇ ਵਿੱਚ ਵੀ ਇੱਕੋ ਹੀ ਪਰਮੇਸ਼ਰ ਨੂੰ ਜਾਣਨਾ ਕਰੋ। ਹਜੂਰ ਨੇ ਕਿਹਾ ਹੈ ਜਨ ਨਾਨਕ ਬਿਨ ਆਪਾ ਚੀਨੇ। ਜਿੰਨਾ ਚਿਰ ਆਪਣੇ ਆਪੇ ਨੂੰ ਨਹੀਂ ਚੀਨਦਾ, ਨਹੀਂ ਪਹਿਚਾਣਦਾ, ਉਹਨਾਂ ਚਿਰ ਸਾਧ ਸੰਗਤ ਜੀ ਅੰਦਰੋਂ ਭਰਮ ਦਾ ਪਿਆ ਹੋਇਆ ਪੜਦਾ ਸਤਿਗੁਰੂ ਜੀ ਕਹਿੰਦੇ ਨਹੀਂ ਉਤਰਦਾ। ਜਦੋਂ ਉਤਰ ਜਾਂਦਾ ਨਾ ਪੜਦਾ, ਫਿਰ ਕੀ ਹੁੰਦਾ ਹੈ ਕਿ ਉਹਨੂੰ ਵਾਹਿਗੁਰੂ ਦੀ ਅਨੁਭਵ ਹੋਣ ਲੱਗ ਪੈਂਦੇ, ਜਿਵੇਂ ਫੁੱਲ ਚੋਂ ਖੁਸ਼ਬੂ ਅਨੁਭਵ ਹੁੰਦੀ ਹੈ। ਉਹਦਾ ਸਰੂਪ ਤਾਂ ਨਹੀਂ ਨਾ ਦਿਸਦਾ, ਪਰ ਖੁਸ਼ਬੂ ਆਉਂਦੀ ਹੈ। ਇਸ ਤਰ੍ਹਾਂ ਪਹਿਲੋਂ ਅਨੁਭਵ ਹੋਣ ਲੱਗ ਪੈਂਦਾ ਹੈ, ਫਿਰ ਪ੍ਰਤੱਖ ਹੀ ਮਹਾਰਾਜ ਜਿਹੜਾ ਹੈ ਉਹਨਾਂ ਦਾ ਸਰੂਪ ਸਭ ਥਾਵਾਂ ਤੇ ਦਿਸਣ ਲੱਗ ਪੈਂਦਾ ਹੈ। ਜਦੋਂ ਮਹਾਰਾਜ ਕਹਿੰਦੇ ਭਾਈ ਸਾਖਿਆਤਾ ਹੁੰਦੀ ਹੈ ਨਾ, ਫਿਰ ਮੁਕਰ ਮਾਹੇ ਜੈਸੇ ਛਾਈ। ਜਿਵੇਂ ਮੁਕਰ ਸ਼ੀਸ਼ੇ ਦੇ ਅੰਦਰ
ਆਪਣੀ ਪਰਛਾਈ ਦਿਸਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਪ੍ਰਤੱਖ ਵਾਹਿਗੁਰੂ ਜੀ ਦਿਸਣ ਲੱਗ ਪੈਂਦੇ। ਆਪਾਂ ਉਸ ਪਰਛਾਈ ਨੂੰ ਪਕੜ ਨਹੀਂ ਸਕਦੇ, ਪਰ ਹੈ ਅੰਦਰ ਦਿਸ ਰਹੀ ਹੈ। ਮਹਾਰਾਜ ਕਹਿੰਦੇ ਭਾਈ ਇਸੇ ਤਰ੍ਹਾਂ ਵਾਹਿਗੁਰੂ ਜੀ ਤੈਸੇ ਹੀ ਹਰ ਬਸੈ ਨਿਰੰਤਰ, ਅੰਦਰ ਵਸ ਰਹੇ ਹੈ। ਤੇ ਜੰਗਲ 'ਚ ਨਹੀਂ ਲੱਭਣਾ, ਘੱਟ ਹੀ ਖੋਜੋ ਭਾਈ, ਆਪਣੇ ਅੰਦਰ ਨੂੰ ਖੋਜਣਾ ਚਾਹੀਦਾ ਹੈ। ਤੇ ਜਿਹੜਾ ਆਪਣਾ ਅੰਦਰ ਦੀ ਖੋਜ ਹੈ, ਇਹ ਸਾਧ ਸੰਗਤ ਜੀ ਗੁਰੂ ਕਿਰਪਾ ਨਾਲ ਸ਼ੁਰੂ ਹੁੰਦੀ ਹੈ। ਅੰਦਰ ਦੀ ਖੋਜ ਗੁਰੂ ਜੀ ਦਾ ਸ਼ਬਦ ਲੈ ਕਰਕੇ ਉਹਦੀ ਸ਼ੁਰੂਆਤ ਹੁੰਦੀ ਹੈ। ਜਦੋਂ ਮਹਾਰਾਜ ਜੀ ਦਾ ਸ਼ਬਦ ਲੈ ਲਈਦਾ ਨਾ, ਤੇ ਫਿਰ ਸ਼ਬਦ ਦਾ ਅਭਿਆਸ ਕਰੀਦਾ ਤੇ ਫਿਰ ਅੰਦਰ ਦੀ ਖੋਜ ਸ਼ੁਰੂ ਹੋ ਜਾਂਦੀ ਹੈ। ਹੌਲੀ ਹੌਲੀ ਸ਼ਬਦ ਵਿੱਚ ਪਹਿਲਾਂ ਰਸਨਾ ਲੱਗਦੀ ਹੈ। ਰਸਨਾ ਤੋਂ ਜਪਦਿਆਂ ਜਪਦਿਆਂ ਪਤਾ ਲੱਗਦਾ ਹੈ ਕਿ ਮੇਰੀ ਸੁਰਤ ਨਹੀਂ ਨਾਮ ਜਪਦੀ, ਮਨ ਮੇਰਾ ਨਹੀਂ ਨਾਮ ਜਪਦਾ, ਕੇਵਲ ਰਸਨਾ ਜਪ ਰਹੀ ਹੈ। ਫਿਰ ਜਦੋਂ ਮਨ ਤੇ ਸੁਰਤ ਪਕੜ ਵਿੱਚ ਆਉਣ ਲੱਗ ਪੈਣ ਕਿ ਤਾਂ ਨਾਮ ਨਹੀਂ ਜਪ ਰਹੇ, ਫਿਰ ਆਪਣਾ ਯਤਨ ਨਹੀਂ ਹੁੰਦਾ। ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੀਦੀ ਹੈ, ਫਿਰ ਭਾਵਨਾ ਨਾਲ ਸੇਵਾ ਕਰੀਦੀ ਹੈ, ਨਿਮਰਤਾ ਰੱਖੀਦੀ ਹੈ। ਫਿਰ ਕੀ ਹੁੰਦਾ ਹੈ, ਸਤਿਗੁਰੂ ਜੀ ਕਿਰਪਾ ਕਰਦੇ ਸੁਰਤ ਭਜਨ ਕਰਨ ਲੱਗ ਜਾਂਦੀ। ਜਦੋਂ ਸੁਰਤ ਭਜਨ ਕਰਨ ਲੱਗਦੀ ਹੈ, ਫਿਰ ਸਾਧ ਸੰਗਤ ਜੀ ਮਨ ਜਿਹੜਾ ਨਾ ਬੜਾ ਜ਼ਿਆਦਾ ਔਖੜ ਹੈ, ਬਹੁਤ ਜ਼ਿਆਦਾ। ਇਹ ਸੁਰਤ ਦੇ ਵਿੱਚ ਜਦੋਂ ਭਜਨ ਆਉਂਦਾ ਨਾ, ਬਹੁਤ ਜ਼ਿਆਦਾ ਇਹ ਵਿਆਕੁਲ ਹੁੰਦਾ ਮਨ। ਪਹਿਲਾਂ ਬੜਾ ਕਾਹਲਾ ਪੈਂਦਾ ਹੈ, ਬਹੁਤ ਜ਼ਿਆਦਾ ਬੇਚੈਨੀ ਵਾਲਾ ਆਲਮ ਬਣਾ ਦਿੰਦਾ ਹੈ। ਪਰ ਜਿਹੜੀ ਗੁਰੂ ਸਾਹਿਬ ਦੀ ਬਾਣੀ ਰੋਜ਼ ਸੁਣਨੀ, ਕਥਾ ਸੁਣਨੀ, ਕੀਰਤਨ ਸੁਣਨਾ, ਫਿਰ ਉਹਦੇ ਨਾਲ ਮਨ ਦੇ ਉੱਤੇ ਹਥੌੜੇ ਵੱਜਦੇ ਆ ਰੋਜ਼। ਮਨ ਨੂੰ ਫਿਰ ਪਤਾ ਲੱਗ ਜਾਂਦਾ ਹੈ ਕਿ ਅਸਲ ਸੁੱਖ ਸਿਮਰਨ ਵਿੱਚ ਹੀ ਹੈ, ਜਿਹਨੂੰ ਤੂੰ ਕਰਨਾ ਨਹੀਂ ਚਾਹੁੰਦਾ। ਤੇ ਕਿਸੇ ਪਾਸੇ ਵੀ ਫਿਰ ਜਦੋਂ ਮਨ ਭੱਜ ਹੀ ਨਹੀਂ ਸਕਦਾ, ਗੁਰੂ ਜੀ ਦੇ ਉਪਦੇਸ਼ ਨਾਲ ਅਮੋੜ ਮਨ ਫਿਰ ਜਦੋਂ ਮੁੜਦਾ ਹੈ, ਤੇ ਉਹ ਫਿਰ ਕਿਹਾ ਨਹੀਂ ਜਾ ਸਕਦਾ ਜਦੋਂ ਸਿਮਰਨ ਵਿੱਚ ਮਨ ਲੱਗ ਜਾਂਦਾ ਹੈ। ਫਿਰ ਇਹੋ ਜਿਹਾ ਅਸੀਮ ਸੁੱਖ ਪ੍ਰਾਪਤ ਹੁੰਦਾ ਹੈ। ਮਨ ਉਦੋਂ ਨਿਰਣਾ ਕਰਦਾ ਹੈ ਕਿ ਕਿੱਥੇ ਤੂੰ ਭੁੱਲਿਆ ਰਿਹਾ, ਕਿਉਂ ਇੰਨੀ ਜ਼ਿੰਦਗੀ ਬਰਬਾਦ ਕਰ ਦਿੱਤੀ, ਵਾਹਿਗੁਰੂ ਦਾ ਭਜਨ ਨਹੀਂ ਕੀਤਾ। ਫਿਰ ਕਦੇ ਤਾਂ ਝੋਰੇ ਆਉਂਦੇ ਐ, ਫਿਰ ਮਨ ਨਾਮ ਦਾ ਰਸ ਲੈਣ ਲੱਗ ਪੈਂਦਾ ਹੈ। ਫਿਰ ਸਤਿਗੁਰੂ ਦਾ ਉਪਦੇਸ਼ ਸੁਣਦਿਆਂ ਪਤਾ ਲੱਗਦਾ ਹੈ ਕਿ ਹੁਣ ਤੂੰ ਝੂਰ ਨਾ, ਜਦੋਂ ਤੈਨੂੰ ਇਹ ਅਵਸਥਾ ਮਿਲਣੀ ਸੀ ਨਾ, ਇਹ ਉਦੋਂ ਹੀ ਪ੍ਰਾਪਤ ਹੋਣੀ ਸੀ। ਇਹ ਤੇਰੇ ਯਤਨ ਦੀ ਕੋਈ ਗੱਲ ਨਹੀਂ ਹੈ, ਗੁਰੂ ਸਾਹਿਬ ਨੇ ਮਿਹਰ ਕੀਤੀ ਹੈ। ਫਿਰ ਭਾਣੇ ਵਿੱਚ ਆਇਆ ਹੋਇਆ ਮਨ ਮਹਾਰਾਜ ਦੇ ਨਾਮ ਦਾ ਸੁੱਖ ਲੈਂਦਾ ਹੈ, ਜ਼ਿੰਦਗੀ ਰਸਮਈ ਬਣ ਜਾਂਦੀ ਹੈ। ਇੱਕ ਜੀਵਨ ਦੀ ਐਸੀ ਜੁਗਤ ਲੱਭਦੀ ਹੈ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਕਿ ਉਹ ਆਪ ਤਾਂ ਸੁਖੀ ਹੁੰਦੇ ਐ, ਕਈਆਂ ਨੂੰ ਸੁਖੀ ਕਰ ਦਿੰਦੇ ਆ ਜੀਵਨ ਅੰਦਰ। ਜਿਹੜੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਆਉਂਦੇ ਆ, ਫਿਰ ਉਹਨਾਂ ਨੂੰ ਉਹ ਮਹਾਰਾਜ ਦੇ ਸ਼ਬਦ ਦੀ ਕਲਾ ਨਾਲ ਜੋੜਦੇ ਐ। ਸਾਧ ਸੰਗਤ ਜੀ, ਇਉਂ ਨਹੀਂ ਦਿਸਣ ਵਾਲਾ ਪਰਮੇਸ਼ਰ ਸ਼ਬਦ ਦੀ ਕਮਾਈ ਨਾਲ ਦਿਸਣ ਲੱਗ ਪੈਂਦਾ ਹੈ। ਜਿਸ ਦਾ ਸ਼ਬਦ ਨਹੀਂ ਸੁਣਦਾ, ਪ੍ਰੀਤ ਨਾਲ ਫਿਰ ਉਹ ਸ਼ਬਦ ਵੀ ਸੁਣਨ ਲੱਗ ਪੈਂਦਾ ਹੈ। ਰਸਨਾ ਪ੍ਰੀਤ ਨਾਲ ਆਪੇ ਹੀ ਜਪੀ ਜਾਂਦੀ ਹੈ। ਇੰਦਰੇ ਰੋਮ ਸਭ ਭਜਨ ਵਿੱਚ ਜੁੜ ਜਾਂਦੇ ਹੈ। ਇਹ ਸਤਿਗੁਰੂ ਦੀ ਕਿਰਪਾ ਐਸੀ ਵਰਤਦੀ ਹੈ। ਫਿਰ ਮਹਾਰਾਜ ਸਭ ਪਿਛਲੇ ਗੁਨਾਹ ਪਾਪ ਧੋ ਦਿੰਦੇ ਹੈ। ਸਤਿਗੁਰੂ ਜੀ ਦੀ
ਇਹੋ ਜੀ ਕਲਾ ਵਰਤਦੀ ਹੈ ਕਿ ਮਨ ਅਸਚਰਜ ਹੋ ਜਾਂਦਾ ਹੈ, ਵਿਸਮਾਦ ਹੋ ਜਾਂਦਾ ਹੈ। ਪਰ ਜਿਹੜੀ ਪਹਿਲਾਂ ਦੀ ਅਵਸਥਾ ਹੈ ਉਹ ਹੈ ਕਿ ਮਨ ਭਰਮ ਚ ਪੈ ਜਾਂਦਾ ਹੈ ਤੇ ਡੋਲ ਜਾਂਦਾ ਹੈ। ਪਰ ਗੁਰੂ ਜੀ ਦਾ ਸ਼ਬਦ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਜੇ ਮਨ ਕੋਲੋਂ ਸ਼ਬਦ ਦਾ ਪੱਲਾ ਛੁੱਟ ਗਿਆ ਫਿਰ ਖੌਰੇ ਕਿੱਥੇ ਜਾ ਡਿੱਗੇਗਾ ਭਰਮ ਦਾ ਹੋਇਆ, ਕਿੱਧਰ ਨੂੰ ਕਿਹੜੀਆਂ ਜੂਨਾਂ ਚ ਕਰਮਾਂ ਦਾ ਬੱਧਾ ਕਿੱਥੇ ਮਾਰ ਖਾਏਗਾ। ਇਸ ਕਰਕੇ ਸਤਿਗੁਰੂ ਜੀ ਦੇ ਸ਼ਬਦ ਨਾਲ ਹੀ ਸਦਾ ਇੱਕ ਰਸ ਜੁੜੇ ਰਹੀਏ। ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕਰੀਏ, ਮਹਾਰਾਜ ਜੇ ਮਨ ਦੇ ਲਾਉਣਾ ਮੇਰੇ ਵੱਸ ਹੁੰਦਾ ਤਾਂ ਮਹਾਰਾਜ ਮੈਂ ਤਾਂ ਆਪਦੇ ਚਰਨਾਂ 'ਚ ਹੀ ਮਨ ਲਾ ਦਿੰਦਾ। ਸਤਿਗੁਰੂ ਜੀ ਮੇਰੇ ਵੱਸ ਨਹੀਂ ਹੈ ਮਹਾਰਾਜ। ਇਹ ਤਾਂ ਮਹਾਰਾਜ ਜਦੋਂ ਤੁਹਾਨੂੰ ਦਇਆ ਪਏਗੀ ਉਦੋਂ ਹੀ ਮਹਾਰਾਜ ਮੇਰਾ ਭਲਾ ਹੋਏਗਾ। ਮੇਰਾ ਮਹਾਰਾਜ ਮਨ ਉਦੋਂ ਹੀ ਆਪ ਦੇ ਚਰਨਾਂ ਨਾਲ ਜੁੜ ਸਕੇਗਾ। ਮਹਾਰਾਜ ਤੁਸੀਂ ਮੇਰੇ ਤੇ ਮਿਹਰ ਕਰੋ, ਦਇਆ ਕਰੋ ਸੱਚੇ ਪਾਤਸ਼ਾਹ, ਤਾਂ ਕਿ ਮੈਂ ਵੀ ਪ੍ਰੀਤ ਆਪ ਦੇ ਚਰਨਾਂ ਨਾਲ ਪਾ ਕਰਕੇ ਨਿਹਾਲ ਹੋ ਸਕਾਂ। ਤੋ ਸਾਧ ਸੰਗਤ ਜੀ, ਲੜੀਵਾਰ ਕਥਾ ਜੋ ਰਾਗ ਮਾਝ ਦੀ ਵਾਰ ਹੈ ਇਹਦੇ ਵਿੱਚ ਚੱਲ ਰਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਕੱਲ ਸ਼ਬਦ ਸੰਪੂਰਨ ਨਹੀਂ ਸੀਗਾ ਹੋਇਆ, ਕਿਉਂਕਿ ਪ੍ਰਕਰਨ ਜਿਹੜੇ ਸੀ ਉਹ ਸ਼ਬਦ ਵਿੱਚ ਮਹਾਰਾਜ ਸਤਿਗੁਰਾਂ ਜੀ ਨੇ ਕਿੰਨੇ ਪ੍ਰਕਰਣਾਂ ਤੋਂ ਮਹਾਰਾਜ ਸਿੱਖਿਆ ਦਿੱਤੀ ਸੀ। ਤੋ ਵਿਸਥਾਰ ਬਹੁਤ ਸ਼ਬਦ ਦਾ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਦੋਂ ਸਰੇਵੜੇ ਨੂੰ ਉੱਥੇ ਮਹਾਰਾਜ ਦਾ ਰਾਜਾ ਵੀ ਸਿੱਖ ਹੋ ਗਿਆ ਤੇ ਸਾਰੇ ਉਹ ਲੋਕ ਮਹਾਰਾਜ ਦੀ ਸਿੱਖੀ ਨੂੰ ਧਾਰਨ ਕਰ ਗਏ ਤੇ ਉਹ ਗੁੱਸੇ ਆ ਗਿਆ ਸੀ ਸਰੇਵੜਾ। ਉਹਦੇ ਨਾਲ ਜਿਹੜੀ ਚਰਚਾ ਹੋਈ ਉਹ ਸ਼ਬਦ ਅੱਗੇ ਆਵੇਗਾ। ਇਹ ਫਿਰ ਚਰਚਾ ਚੋਂ ਹਾਰ ਕੇ ਤੇ ਆਪਣੇ ਮੂੰਹ ਤੋਂ ਮੰਤਰ ਬੋਲਦਾ ਉੱਠ ਕੇ ਚਲੇ ਗਿਆ ਸੀਗਾ। ਤੇ ਉਥੇ ਜਿਹੜੇ ਨਗਰ ਦੇ ਲੋਕ ਸੀ ਉਹਨਾਂ ਨੇ ਫਿਰ ਹਜੂਰ ਨੂੰ ਆਖਿਆ, ਮਹਾਰਾਜ ਇਹ ਤਾਂ ਬੜਾ ਤਾਂਤਰਿਕ ਜਿਹਾ ਹੈ, ਆਪ ਜੀ ਦਾ ਕੋਈ ਨੁਕਸਾਨ ਨਾ ਕਰੇ। ਤੋ ਸਤਿਗੁਰੂ ਗਰੀਬ ਨਿਵਾਜ ਨੇ ਫਿਰ ਕਿਹਾ ਸੀ, ਭਾਈ ਸਿੱਖੋ ਇਹ ਸਾਡਾ ਕੀ ਨੁਕਸਾਨ ਕਰ ਸਕਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿੰਨੇ ਪ੍ਰਮਾਣ ਦਿੱਤੇ ਕਿ ਮੱਛੀ ਤਾਰੂ ਕੇ ਕਰੇ, ਪੰਛੀ ਕਿਆ ਆਕਾਸ਼। ਉਹ ਫਿਰ ਪ੍ਰਮਾਣਾ ਸਹਿਤ ਆਪ ਜੀ ਨੇ ਜਿਹੜੇ ਅਰਥ ਸੀ ਉਹ ਕੱਲ ਸਰਵਣ ਕੀਤੇ ਸੀਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਾਡਾ ਤਾਂ ਇਹ ਕੁਝ ਨਹੀਂ ਵਿਗਾੜ ਸਕਦਾ। ਜੇ ਇਹੋ ਜੇ ਮਹਾਰਾਜ ਕਹਿੰਦੇ ਭਾਈ ਕੋਈ ਰਿੱਧੀਆਂ ਸਿੱਧੀਆਂ ਸ਼ਕਤੀਆਂ ਵਾਲੇ ਹੋਣ ਨਾ ਤੇ ਰੱਬ ਦੇ ਪਿਆਰੇ ਨਾਮ ਰਸੀਆਂ ਦਾ ਕੁਝ ਨਹੀਂ ਵਿਗਾੜ ਸਕਦੇ ਹੋ। ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ ਸਾਧ ਸੰਗਤ ਜੀ, ਉਹ ਰਾਜਸਥਾਨ ਦੇ ਇਲਾਕੇ ਵਿੱਚ ਜਦੋਂ ਜ਼ਮੀਨ ਅਲਾਟ ਹੋਈ ਤੇ ਆਪ ਵਾਈ ਖੇਤੀ ਲਈ ਉੱਥੇ ਚਲੇ ਗਏ। ਤੇ ਜਿਸ ਵਕਤ ਕਹਿੰਦੇ ਉੱਥੇ ਗਏ ਆ ਮਹਾਂਪੁਰਖ, ਉੱਥੇ ਇੱਕ ਤਾਂਤਰਿਕ ਰਹਿੰਦਾ ਸੀ ਤੇ ਉਹਦੀ ਬੜੀ ਪੂਜਾ ਪ੍ਰਤਿਸ਼ਠਾ ਸੀ। ਪਰ ਮਹਾਂਪੁਰਖ ਰੋਜ਼ ਗੁਰਦੁਆਰਾ ਸਾਹਿਬ ਜਾਂਦੇ, ਉੱਥੇ ਕੀਰਤਨ ਕਰਦੇ। ਉਹਨਾਂ ਦੀ ਰਸਨਾ 'ਚ ਇੰਨਾ ਰਸ ਸੀ, ਕਮਾਈ ਸੀ ਨਾਮ ਦੀ, ਤੇ ਲੋਕ ਬੜੀ ਸ਼ਰਧਾ ਨਾਲ ਜੁੜਨ ਲੱਗ ਪਏ। ਫਿਰ ਇਹੋ ਜਿਹਾ ਉਹਨਾਂ ਵਿੱਚ ਪਿਆਰ ਬਣਿਆ। ਮਹਾਂਪੁਰਖਾਂ ਨੇ 5 ਪਿਆਰੇ ਸਿੰਘ ਸੱਦ ਕੇ ਉੱਥੇ ਅੰਮ੍ਰਿਤ ਸੰਚਾਰ ਕਰਾਤਾ। ਉਹ ਸਭ ਨੇ ਅੰਮ੍ਰਿਤ ਛਕ ਲਿਆ ਤੇ ਉਹਨੂੰ ਤਾਂਤਰਿਕ ਨੂੰ ਬੜਾ ਗੁੱਸਾ ਚੜਿਆ ਤੇ ਉਹਨ ਸੋਚਿਆ ਜਿਹੜੇ ਉਹਦੇ 2 ਚੇਲੇ ਰਹਿ ਗਏ ਸੀ, ਉਹ ਕਹਿੰਦਾ ਕੀ ਗੱਲ ਮੇਰੇ ਕੋਲ ਹੁਣ ਸਾਰਾ ਪਿੰਡ ਕਿਉਂ ਨਹੀਂ ਆਉਂਦਾ। ਕਹਿੰਦੇ ਮਹਾਰਾਜ ਕੋਈ ਗੁਰਮੁਖ ਪਿਆਰੇ ਆਏ ਐ, ਉਥੇ ਕੀਰਤਨ ਹੁਣ ਸੁਣਦੇ ਸਾਰੇ ਤੇ ਇਸ ਕਰਕੇ ਤੁਹਾਡੇ ਕੋਲ ਨਹੀਂ ਆਉਂਦੇ, ਸਭ ਗੁਰਦੁਆਰੇ ਸਾਹਿਬ ਜਾਂਦੇ। ਉਹ ਕਹਿੰਦਾ ਇਹਨੇ ਪਤਾ ਨਹੀਂ ਮੇਰੇ ਕਾਲੇ ਇਲਮ ਦੀ ਸ਼ਕਤੀ ਦਾ, ਮੈਂ ਤਾਂ ਭਜਾ ਦਾਂਗਾ ਇਥੋਂ। ਲੱਗਦਾ ਸ਼ਕਤੀ ਦਿਖਾਉਣੀ ਪਏਗੀ। ਹੰਕਾਰ ਧਾਰ ਕੇ ਤੇ ਮਹਾਂਪੁਰਖ ਦੁਪਹਿਰ ਦੇ ਵਕਤ ਸਾਣੇ ਮੰਜੇ ਤੇ ਬੈਠੇ ਜਦੋਂ ਵਿਹਲੇ ਹੋ ਜਾਂਦੇ ਤੇ ਵਾਹਿਗੁਰੂ ਮੰਤਰ ਜਪਦੇ। ਹੁਣ ਦੂਰੋਂ ਵੇਖ ਕੇ ਨਾ ਆਪਦੀ ਮੰਤਰਾਂ ਦੀ ਸ਼ਕਤੀ ਮਹਾਂਪੁਰਖਾਂ ਦੇ ਉੱਪਰ ਚਲਾਈ ਤੇ ਨੇਤਰ ਬੰਦ ਕਰਕੇ ਭਜਨ 'ਚ ਲੀਨ ਸਨ।
ਇੱਕਦਮ ਇਉਂ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਹਿਲਾਇਆ ਸਰੀਰ ਨੂੰ। ਅੱਖਾਂ ਖੁੱਲੀਆਂ, ਕੀ ਵੇਖਿਆ? ਕੋਈ ਵੀ ਨਹੀਂ। ਦੂਰ ਉਹ ਤਾਂਤਰਿਕ ਦਿਖਾਈ ਦਿੱਤਾ। ਮਹਾਂਪੁਰਖਾਂ ਨੂੰ ਪਤਾ ਲੱਗ ਗਿਆ ਕਿ ਇਹਨੇ ਕੋਈ ਸ਼ਕਤੀ ਚਲਾਈ ਹੈ, ਪਰ ਫਿਰ ਵੀ ਉਹਦੇ ਉੱਤੇ ਖਫੇ ਨਹੀਂ ਹੋਏ, ਭਜਨ ਕਰਨ ਲੱਗ ਪਏ। ਉਹ ਬੜਾ ਹੈਰਾਨ ਹੋਇਆ ਕਿ ਮੈਂ ਸ਼ਕਤੀ ਤੇ ਬੜੀ ਚਲਾਈ ਪਰ ਅਸਰ ਨਹੀਂ ਹੋਇਆ ਕੋਈ। ਦੂਜੇ ਦਿਨ ਫਿਰ ਉਹਨੂੰ ਉਸੇ ਇੱਕ ਤਰ੍ਹਾਂ ਹੀ ਕੀਤਾ। ਮਹਾਂਪੁਰਖ ਫਿਰ ਵੇਖਿਆ ਕਿ ਇਹ ਤਾਂਤਰਿਕ ਆਇਆ, ਫਿਰ ਇਹਨੇ ਕੁਛ ਕੀਤਾ, ਪਰ ਫਿਰ ਰਜਾ 'ਚ ਹੀ ਰਹੇ, ਫਿਰ ਭਜਨ 'ਚ ਲੱਗੇ ਰਹੇ। ਉਹ ਤੀਸਰੇ ਦਿਨ ਫਿਰ ਆਇਆ, ਆਪਦੀਆਂ ਸਾਰੀਆਂ ਸ਼ਕਤੀਆਂ ਪੂਰਾ ਜ਼ੋਰ ਲਾ ਕੇ ਉਹਨੂੰ ਜਦੋਂ ਚਲਾਈਆਂ ਨਾ, ਤੇ ਮਹਾਂਪੁਰਖਾਂ ਦੇ ਨੇਤਰ ਫਿਰ ਖੁੱਲੇ। ਫਿਰ ਉਸ ਦਿਨ ਵੀਰ ਰਸ ਆ ਗਿਆ ਕਿ ਖੜਾ ਹੀ ਨਹੀਂ ਛੱਡਦਾ, ਪਿੱਛੇ ਹੀ ਨੂੰ ਹਟਦਾ। ਹੁਣ ਮਹਾਂਪੁਰਖਾਂ ਨੇ ਵਾਹਿਗੁਰੂ ਮੰਤਰ ਜਿਹੜਾ ਸੀ ਨਾ, ਜਦੋਂ ਇਸ ਭਾਵਨਾ ਨਾਲ ਉਚਾਰਿਆ ਤੇ ਉਹ ਦੜ ਕਰਕੇ ਧਰਤੀ ਤੇ ਡਿੱਗ ਗਿਆ। ਦੂਸਰੀ ਵਾਰ ਜਦੋਂ ਵਾਹਿਗੁਰੂ ਆਖਿਆ, ਉਸ ਖੇਤ ਵਿੱਚ ਇਉਂ ਧੋਇਆ ਜਾਣ ਲੱਗਾ, ਖਿੱਚਿਆ ਜਾਣ ਲੱਗਾ ਜਿਵੇਂ ਘੋੜੇ ਪਿੱਛੇ ਪਾ ਕੇ ਖਿੱਚੀਦਾ ਹੈ। ਜਦੋਂ ਫਿਰ ਤੀਸਰੀ ਵਾਰ ਵਾਹਿਗੁਰੂ ਆਖਿਆ ਤੇ ਉਹ ਉੱਥੇ ਰੁਕ ਗਿਆ ਤੇ ਆਪਣੇ ਜਿਹੜੇ ਕੱਪੜੇ ਮੋਢੇ ਤੋਂ ਲੱਥ ਗਿਆ ਸੀ, ਚਾਦਰਾ, ਉਹ ਚੁੱਕ ਕੇ ਇੱਕਦਮ ਦੌੜ ਗਿਆ, ਫਿਰ ਨਹੀਂ ਉੱਥੇ ਖਲੋਤਾ। ਸਤਿਗੁਰੂ ਜੀ ਦਾ ਜਿਨ੍ਹਾਂ ਕੋਲ ਨਾਮ ਹੈ, ਉਹਨਾਂ ਨੂੰ ਭਾਈ ਮੰਤਰਾਂ ਜੰਤਰਾਂ ਦੀਆਂ ਸ਼ਕਤੀਆਂ ਕੀ ਵਿਗਾੜ ਸਕਦੀਆਂ ਹਨ। ਜਿਹੜੇ ਸੱਚੇ ਨਾਮ ਦੇ ਪ੍ਰੇਮੀ ਹੈ, ਉਹਨਾਂ ਨੂੰ ਸਾਧ ਸੰਗਤ ਜੀ ਕੋਈ ਕਾਲੇ ਇਲਮ ਨਾਲ, ਕੋਈ ਕਿਸੇ ਪ੍ਰਕਾਰ ਹੋਰ ਮੰਤਰਾਂ ਜੰਤਰਾਂ ਜਾਂ ਤਰਾਟਕ ਸ਼ਕਤੀਆਂ ਨਾਲ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਭਾਈ ਮਰਦਾਨਾ ਜੀ ਨੇ ਆਖਿਆ ਕਿ ਮਹਾਰਾਜ ਉਪਦੇਸ਼ ਸੁਣ ਲੈਂਦਾ ਤੇ ਭਲਾ ਹੁੰਦਾ ਉਹਦਾ। ਸਤਿਗੁਰੂ ਜੀ ਕਹਿੰਦੇ, ਭਾਈ ਮਰਦਾਨਿਆਂ, ਜੇ ਬੋਲੇ ਨੂੰ ਸਿਮਰਤੀਆਂ ਸੁਣਾਈਏ, ਪਾਠ ਸੁਣਾਈਏ ਤੇ ਕੀ ਉਹਨੂੰ ਗਿਆਨ ਹੋ ਜੂ? ਕਹਿੰਦਾ, ਮਹਾਰਾਜ ਬੋਲੇ ਨੂੰ ਕੀ ਗਿਆਨ ਹੋਣਾ? ਸਤਿਗੁਰੂ ਜੀ ਕਹਿੰਦੇ, ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨ ਹੀ ਹੈ ਨਹੀਂ, ਕੀ ਉਪਦੇਸ਼ ਸੁਣ ਲੈਣਾ ਸੀ ਇਸਨੇ? ਕਹਿੰਦਾ, ਮਹਾਰਾਜ ਜੇ ਦੇਖ ਲੈਂਦਾ, ਕੋਈ ਭਾਵਨਾ ਨਾਲ ਦਰਸ਼ਨ ਕਰ ਲੈਂਦਾ। ਸਤਿਗੁਰੂ ਜੀ ਕਹਿੰਦੇ, ਭਾਈ ਮਰਦਾਨਿਆਂ, ਅੰਨੇ ਦੇ ਅੱਗੇ ਅੰਧੇ ਚਾਨਣ ਰੱਖੀਏ, ਦੀਵੇ ਬਲੇ 50। ਮਹਾਰਾਜ ਕਹਿੰਦੇ, ਅੰਦਰ ਜਿੰਨਾ ਮਰਜੀ ਚਾਨਣ ਕਰ ਦਈਏ, ਪ੍ਰਕਾਸ਼ ਕਰ ਦਈਏ, ਤੇ ਅੰਨੇ ਨੂੰ ਕੀ ਆ, ਉਹ ਤੇ ਦੀਵੇ ਮਿੱਧਦਾ ਹੀ ਤੁਰਿਆ ਜਾਂਦਾ ਹੈ। ਜਿੰਨਾ ਮਰਜੀ ਮਹਾਰਾਜ ਕਹਿੰਦੇ ਗਿਆਨ ਜਿਹੜਾ ਹੈ ਉਹ ਉਸ ਨੂੰ ਕਹਿ ਦਈਏ, ਦੱਸ ਦਈਏ, ਤੇ ਅੰਨੇ ਨੂੰ ਕੀ ਹੈ? ਅੰਨੇ ਨੂੰ ਤਾਂ ਕੋਈ ਪ੍ਰਕਾਸ਼ ਦਾ ਅਨੁਭਵ ਹੀ ਨਹੀਂ, ਪਤਾ ਹੀ ਨਹੀਂ ਹੈ। ਤੇ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਭਾਈ ਮਰਦਾਨਾ ਜੀ ਨੂੰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਉਂ ਦੱਸਿਆ। ਤੇ ਹਜੂਰ ਕਹਿੰਦੇ, ਭਾਈ ਮੂਰਖ ਦਾ ਇਹੋ ਗੁਣ ਹੈ, ਜਦੋਂ ਬੋਲਦਾ ਨਾ, ਵਿਨਾਸ਼ਕਾਰੀ ਬੋਲ ਹੀ ਆਪਣੇ ਮੂੰਹ ਤੋਂ ਬੋਲਦਾ ਹੈ। ਭਾਈ ਮਰਦਾਨੇ ਦੀ ਐਸੀ ਹਾਲਤ ਹੈ। ਫਿਰ ਕਿਹਾ ਭਾਈ ਮਰਦਾਨਾ ਜੀ ਨੇ ਕਿ ਮਹਾਰਾਜ ਗੰਢ ਵੀ ਪੈ ਸਕਦੀ ਹੈ? ਸਤਿਗੁਰੂ ਜੀ ਕਹਿੰਦੇ, ਹਾਂ ਗੰਢ ਪੈ ਸਕਦੀ ਹੈ ਭਾਈ ਮਰਦਾਨਿਆਂ, ਟੁੱਟੇ ਹੋਏ ਦੀ। ਫਿਰ ਮਹਾਰਾਜ ਕਿਹਾ ਸੀ ਕਿ ਕਹਿ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਮਹਾਰਾਜ ਜੀ ਨੇ ਦੱਸਿਆ ਜਿਵੇਂ ਲੋਹਾਰ ਕਾਂਸੀ ਦੇ, ਸੋਨੇ ਦੇ ਅਤੇ ਲੋਹੇ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਗੰਢ ਜੋੜ ਪਾ ਦਿੰਦੇ ਨੇ, ਉਹਨੂੰ ਤਾ ਕੇ ਗਰਮ ਕਰਕੇ ਜਾਂ ਟਾਂਕਾ ਲਾ ਕਰਕੇ। ਇਵੇਂ ਫਿਰ ਮਹਾਰਾਜ ਦੱਸਿਆ ਕਿ ਭਾਈ ਪੂਰੇ ਗੁਰੂ ਜੀ ਆਪਣੇ ਗਿਆਨ ਰੂਪੀ ਅਗਨੀ ਵਿੱਚ ਪਾ ਕਰਕੇ ਸੱਚੇ ਪਾਤਸ਼ਾਹ ਜੀ ਹੀ ਟੁੱਟਿਆਂ ਹੋਇਆਂ ਨੂੰ ਫਿਰ ਗੰਢ ਲੈਂਦੇ ਆ। ਇਉਂ ਮਹਾਰਾਜ ਸਾਹਿਬ ਜੀ ਨੇ ਫਿਰ ਸਾਰਾ ਦੱਸਿਆ ਕਿ ਭਾਈ ਗੋਰੀ ਛੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ, ਰਾਜਾ ਮੰਗਾ ਦਿੱਤਾ ਗੰਢ ਪਾਏ। ਇਹ ਸਾਰੇ ਮਹਾਰਾਜ ਜੀ ਨੇ ਦੱਸਿਆ ਕਿ ਗੰਢ ਕਿਵੇਂ ਪੈਂਦੀ। ਫਿਰ ਮਹਾਰਾਜ ਨੇ ਕਿਹਾ, ਇਹ ਤਾਂ ਗੰਢ ਵਰਤੈ ਸੰਸਾਰ। ਇਹੋ ਜੀਆਂ ਗੰਢਾਂ, ਇਹੋ ਜਿਹੇ ਜੋੜ ਸੰਸਾਰ ਦੇ ਅੰਦਰ ਵਰਤਦੇ ਆ ਭਾਈ ਮਰਦਾਨਿਆਂ। ਫਿਰ ਹਜੂਰ ਨੇ ਆਖਿਆ ਸੀ, ਮੂਰਖ ਗੰਢ ਪਵੈ ਮੋਹ ਮਾਰ। ਕਈ ਇਉਂ ਖਿਆਲ ਕਰਦੇ ਆ ਕਿ ਇਹ ਸ਼ਾਇਦ ਢੁਕਵਾਂ ਉਪਦੇਸ਼ ਨਹੀਂ। ਸਾਧ ਸੰਗਤ ਜੀ, ਮਹਾਰਾਜ ਜੀ ਦੀ ਸਾਰੀ ਸਿੱਖਿਆ ਢੁਕਵੀਂ ਹੈ ਸੱਚੇ ਪਾਤਸ਼ਾਹ ਜੀ ਦੀ। ਮਹਾਰਾਜ ਕਹਿੰਦੇ ਭਾਈ ਮੂਰਖ ਨੂੰ ਉਹ ਸਮਝ ਤਾਂ ਪੈਂਦੀ ਹੈ, ਉਹਦੇ ਨਾਲ ਜੋੜ ਤਾਂ ਬਣਿਆ ਰਹਿੰਦਾ ਕਿ ਜੇ ਉਹਦੇ ਮੂੰਹ ਤੇ ਵੱਜ ਜਾਵੇ ਤਾਂ। ਕਹਿੰਦੇ ਕੋਈ ਪ੍ਰਮਾਣ ਹੋਵੇ ਇਹੋ ਜਿਹਾ। ਸਾਧ ਸੰਗਤ ਜੀ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ
ਚਮਕੌਰ ਸਾਹਿਬ ਦੀ ਗੜੀ ਨੂੰ ਮਹਾਰਾਜ ਛੱਡਿਆ ਸੀ ਨਾ, ਤਾਂ ਝਾੜ ਸਾਹਿਬ ਲਾਗੇ ਆ ਕੇ ਮਹਾਰਾਜ ਜੀ ਨੂੰ ਚਾਨਣ ਹੋ ਗਿਆ ਸੀ। ਸੱਚੇ ਪਾਤਸ਼ਾਹ ਜੀ ਨੂੰ ਭੋਰ ਹੋਣ ਲੱਗ ਪਈ ਸੀ। ਮਹਾਰਾਜ ਜੀ ਗਰੀਬ ਨਵਾਜ ਸਤਿਗੁਰੂ ਜੀ ਜਦੋਂ ਉਸ ਝਾੜ ਸਾਹਿਬ ਜੰਗਲ ਦੇ ਵਿੱਚ ਮਹਾਰਾਜ ਲੰਘ ਰਹੇ ਸੀਗੇ, ਜਿੱਥੇ ਅੱਜ ਗੁਰਦੁਆਰਾ ਝਾੜ ਸਾਹਿਬ ਬਣਿਆ ਹੋਇਆ, ਸਿੰਘਾਂ ਨੂੰ ਮਹਾਰਾਜ ਆਗਿਆ ਕਰਤੀ ਸੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਨੂੰ, ਕਿ ਆ ਧਰੂ ਤਾਰੇ ਦੀ ਸੇਧ ਵਿੱਚ ਰਹਿਣਾ। ਤੁਹਾਨੂੰ ਇਸ ਤਾਰੇ ਦੇ, ਕਿਉਂਕਿ ਉਹ ਦਿਨ ਤੱਕ ਵੀ ਦਿਸਦਾ ਰਹਿੰਦਾ ਨਾ ਤਾਰਾ, ਤੇ ਮਹਾਰਾਜ ਕਹਿੰਦੇ ਭਾਈ ਇਹਦੀ ਸੇਧ ਨੂੰ ਤੁਰੇ ਆਇਓ, ਤੁਹਾਨੂੰ ਜੰਗਲ ਵਿੱਚ ਕਿਤੇ ਨਾ ਕਿਤੇ ਮਿਲ ਜਾਣਗੇ। ਕਿਉਂਕਿ ਹੁਣ ਉਹ ਦੁਸ਼ਮਣ ਦੀਆਂ ਸਫਾਂ ਚੋਂ ਲੰਘਣਾ ਸੀ, ਯੁੱਧ ਦੇ ਧਰਤੀ ਚੋਂ ਲੰਘਣਾ ਸੀ। ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਆਏ, ਇਤਿਹਾਸ ਨੇ ਜ਼ਿਕਰ ਕੀਤਾ, ਇੱਕ ਮੱਝਾਂ ਚਾਰਨ ਵਾਲਾ ਮੁਸਲਮਾਨ, ਉਹਨ ਜਦੋਂ ਵੇਖਿਆ ਤੇ ਉਹਨੂੰ ਪਤਾ ਲੱਗ ਗਿਆ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੈ, ਤੇ ਉਸ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਹਜੂਰ ਨੇ ਉਹਨੂੰ ਕੋਲ ਬੁਲਾ ਕੇ ਮੋਹਰਾਂ ਦਿੱਤੀਆਂ, ਬਈ ਤੂੰ ਰੌਲਾ ਨਾ ਪਾ, ਤੇ ਉਹ ਸਗੋਂ ਉੱਚੀ ਹੋਰ ਰੌਲਾ ਪਾਉਣ ਲੱਗਾ। ਮਹਾਰਾਜ ਨੇ ਹੀਰਿਆਂ ਜੜਤ ਖੰਜਰ ਦਿੱਤਾ ਸੱਚੇ ਪਾਤਸ਼ਾਹ ਨੇ ਕਿ ਭਈ ਤੂੰ ਰੌਲਾ ਨਾ ਪਾ, ਪਰ ਉਹ ਹਟਿਆ ਹੀ ਨਹੀਂ, ਫਿਰ ਉੱਚੀ ਰੌਲਾ ਪਾਉਣ ਲੱਗਾ। ਮਹਾਰਾਜ ਜੀ ਨੇ ਫਿਰ ਮੂੰਹ ਤੇ ਜੜ ਦਿੱਤਾ ਤਮਾਚਾ। ਜਦੋਂ ਮੂੰਹ ਤੇ ਜੜਿਆ ਨਾ ਤਮਾਚਾ ਮਹਾਰਾਜ ਨੇ, ਤੇ ਉੱਥੇ ਹੀ ਗੂੰਗਾ ਹੋ ਗਿਆ, ਫਿਰ ਬੋਲ ਹੀ ਨਹੀਂ ਸਕਿਆ। ਸਤਿਗੁਰੂ ਜੀ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਵੇਖ ਲਿਆ ਕਿ ਮੂਰਖ ਵੈ, ਇਹਨੂੰ ਹੁਣ ਸਮਝਾਉਣ ਵਾਸਤੇ ਜਿਹੜਾ ਹੈ ਉਹ ਸ਼ਸਤਰ ਹੀ ਵਰਤਣਾ ਪਵੇਗਾ। ਇਹਦਾ ਇਹੋ ਹੀ ਇਲਾਜ ਹੈ ਕਿ ਇਹਨੂੰ ਮੂੰਹ ਤੇ ਹੁਣ ਚਪੇੜ ਹੀ ਮਾਰਨੀ ਪਵੇਗੀ। ਤੇ ਸੱਚੇ ਪਾਤਸ਼ਾਹ ਜੀ ਦੀ ਇਹ ਸਿੱਖਿਆ ਹੈ ਕਿ ਭਾਈ ਮੂਰਖ ਨੂੰ ਉਸੇ ਵੇਲੇ ਸਮਝ ਪੈ ਜਾਂਦੀ ਹੈ, ਗਿਆਨ ਨਾਲ ਸਮਝ ਨਹੀਂ ਪੈਂਦੀ। ਉਹਨੂੰ ਅਕਲਦਾਨ ਜਿਹੜਾ ਹੁੰਦਾ ਨਾ ਸਲੋਤਰ, ਉਹਦੇ ਨਾਲ ਬਹੁਤ ਛੇਤੀ ਸਮਝ ਪੈਂਦੀ ਹੈ, ਫਿਰ ਉਹ ਮਗਰ ਮਗਰ ਤੁਰਿਆ ਰਹਿੰਦਾ ਹੈ। ਇਉਂ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੇ ਪ੍ਰਮਾਣ ਦੇ ਕੇ ਆਖਿਆ ਸੀ, ਸਿਫਤੀ ਗੰਢ ਪਵੈ ਦਰਬਾਰ। ਭਾਈ ਮਰਦਾਨਿਆਂ, ਵਾਹਿਗੁਰੂ ਦੀ ਸਿਫਤ ਕਰੀਏ ਨਾ ਤੇ ਪਰਮੇਸ਼ਰ ਦੇ ਦਰਬਾਰ ਸੱਚਖੰਡ ਨਾਲ ਜੋੜ ਪੈ ਜਾਂਦਾ ਹੈ। ਸਤ ਸੰਗਤ ਰੂਪੀ ਦਰਬਾਰ ਨਾਲ ਮਹਾਰਾਜ ਕਹਿੰਦੇ ਭਾਈ ਜੋੜ ਪੈ ਜਾਂਦਾ ਹੈ, ਮਿਲਾਪ ਬਣ ਜਾਂਦਾ ਹੈ। ਦੇ ਵਾਹਿਗੁਰੂ ਦੀ ਸਿਫਤ ਕਰਦੇ ਰਹੀਏ ਤਾਂ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਲੋਕ ਤੇ ਮਹੱਲਾ ਮਹਾਰਾਜ ਜੀ ਨੇ ਉਚਾਰ ਕਰਕੇ ਹਜੂਰ ਨੇ ਸਿੱਖਿਆ ਦਿੱਤੀ। ਤੇ ਜਿਵੇਂ ਅੱਗੇ ਮਹਾਰਾਜ ਹੁਣ ਪੌੜੀ ਵਿੱਚ ਬਖਸ਼ਿਸ਼ ਕਰਦੇ ਆ, ਇਕਾਗਰ ਚਿਤ ਮਹਾਰਾਜ ਜੀ ਦਾ ਉਪਦੇਸ਼ ਸਰਵਣ ਕਰੀਏ। ਹਜੂਰ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਆਪੇ ਕੁਦਰਤ ਸਾਜ ਕੈ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜੂਰ ਪੌੜੀ ਦੁਆਰਾ ਮਹਾਰਾਜ ਅੱਗੇ ਸਿੱਖਿਆ ਦਿੰਦੇ ਐ ਸ਼ਬਦ ਦੀ ਸੰਪੂਰਨਤਾ। ਜਦੋਂ ਵਾਰ ਦੇ ਅੰਦਰ ਇਹ ਨਿਯਮ ਹੈ, ਸ਼ਲੋਕ ਹੁੰਦਾ ਹੈ, ਮਹੱਲਾ ਇੱਕ ਤੋਂ ਵਧੇਕ ਹੁੰਦੇ ਐ, ਤੇ ਫਿਰ ਪੌੜੀ ਜਦੋਂ ਆਉਂਦੀ ਹੈ ਤੇ ਪੌੜੀ ਦੀ ਸੰਪੂਰਨਤਾ ਤੇ ਜਿਹੜੀ ਹੈ ਸ਼ਬਦ ਦੀ ਸਮਾਪਤੀ ਹੁੰਦੀ ਹੈ, ਸੰਪੂਰਨਤਾ ਹੁੰਦੀ ਹੈ। ਮਰਯਾਦਾ ਸ਼੍ਰੀ ਮੁਖਵਾਕ ਦੀ ਵੀ ਇਹੀ ਹੈ। ਜਦੋਂ ਮਹਾਰਾਜ ਜੀ ਦਾ ਸ਼੍ਰੀ ਮੁਖਵਾਕ ਵਾਰ ਵਿੱਚੋਂ ਆਉਂਦਾ ਹੈ ਤਾਂ ਉਦੋਂ ਸਾਧ ਸੰਗਤ ਜੀ ਕੱਲਾ ਸ਼ਲੋਕ ਪੜ੍ਹ ਕੇ ਹੀ ਫਿਰ ਸ਼੍ਰੀ ਮੁਖਵਾਕ ਸਮਾਪਤ ਨਹੀਂ ਹੁੰਦਾ, ਭੋਗ ਨਹੀਂ ਪੈਂਦਾ। ਫਿਰ ਮਹੱਲਾ ਇੱਕ ਤੋਂ ਵਧੇਕ ਹੋਵੇ ਤਾਂ ਵੀ ਉਹ ਮੁਖਵਾਕ ਵਿੱਚ ਪੜ੍ਹਨੇ ਹੁੰਦੇ ਆ। ਤੇ ਫਿਰ ਪੌੜੀ ਪੜ੍ਹੀ ਦੀ ਹੈ ਤੇ ਪੌੜੀਆਂ ਕਰਕੇ ਜਿਹੜੀ ਆ ਉਹ ਗਿਣਤੀ ਹੁੰਦੀ ਹੈ ਵਾਰ ਦੀ, ਕਿ ਕਿੰਨੀਆਂ ਪੌੜੀਆਂ ਨੇ ਵਾਰ ਦੀਆਂ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ
ਪੌੜੀ ਉਚਾਰ ਕਰਕੇ ਹਜੂਰ ਫਰਮਾਉਂਦੇ ਆ ਆਪੇ ਆਪੇ ਕੁਦਰਤ ਸਾਜਿਕਾ। ਮਹਾਰਾਜ ਫਰਮਾਉਂਦੇ ਆ ਕਿ ਕੁਦਰਤ ਸ਼ਕਤੀ ਦੁਆਰਾ ਆਪ ਹੀ ਮੇਰੇ ਵਾਹਿਗੁਰੂ ਨੇ ਇਸ ਸੰਸਾਰ ਦੀ ਹਜੂਰ ਕਹਿੰਦੇ ਸਾਜਣਾ ਕੀਤੀ ਹੈ, ਇਸ ਨੂੰ ਸਿਰਜਣਾ ਕੀਤਾ ਹੈ। ਸੰਸਾਰ ਕਿਵੇਂ ਬਣ ਗਿਆ? ਉਹ ਨਿਆਇਕ ਸ਼ਾਸਤਰ ਵਾਲੇ ਉਹ ਕਹਿੰਦੇ ਘਾਹ ਤੋਂ ਘਾਹ, ਬੰਦੇ ਤੋਂ ਬੰਦਾ ਹੈ, ਔਰ ਨਾ ਕਰਤਾ ਕੋਈ, ਹੋਰ ਕੀ ਕੋਈ ਕਰਤਾ ਨਹੀਂ ਹੈ। ਸਾਧ ਸੰਗਤ ਜੀ, ਇਹ ਉਹਨਾਂ ਦੇ ਮਤਵ ਹੈ। ਪਰ ਸਤਿਗੁਰੂ ਜੀ ਕਹਿੰਦੇ ਹੈ ਕਿ ਇੱਕ ਵਾਹਿਗੁਰੂ ਨੇ ਆਪ ਦੀ ਕੁਦਰਤ ਸ਼ਕਤੀ ਦੁਆਰਾ ਇਸ ਸੰਸਾਰ ਦੀ ਉਤਪਤੀ ਕੀਤੀ ਹੈ। ਇਹ ਸਾਰੀ ਕਾਇਨਾਤ ਨੂੰ ਸਿਰਜ ਦਿੱਤਾ ਹੈ ਵਾਹਿਗੁਰੂ ਨੇ, ਤੇ ਉਹ ਸ਼ਬਦ ਦੀ ਧੁਨ ਵਾਹਿਗੁਰੂ ਜੀ ਨੇ ਕੀਤੀ ਹੈ, ਤੇ ਉਸ ਸ਼ਬਦ ਦੀ ਧੁਨ ਵਿੱਚੋਂ ਇਹ ਆਕਾਰ ਬਣਿਆ ਹੈ। ਜਿੰਨਾ ਵੀ ਆਕਾਰ ਸਾਨੂੰ ਦਿਸਦਾ ਹੈ ਨਾ, ਮਹਾਰਾਜ ਨੇ ਸ਼ਬਦ ਦੀ ਧੁਨ ਚੋਂ ਸਭ ਕੁਝ ਪ੍ਰਗਟ ਕੀਤਾ ਹੈ। ਉਸ ਸ਼ਬਦ ਦੀ ਧੁਨ ਤੋਂ ਮਹਾਰਾਜ ਜੀ ਨੇ ਜਿਹੜੇ ਹੈ ਮਾਇਆ ਉਤਪਨ ਕੀਤੀ ਹੈ। ਮਾਇਆ ਤੋਂ ਜਿਹੜੇ ਆ 3 ਗੁਣ ਉਤਪਨ ਕੀਤੇ ਹੈ। ਫਿਰ ਮਹਾਰਾਜ 5 ਤੱਤ ਉਤਪਨ ਕੀਤੇ ਹੈ। ਤੇ ਇਉਂ ਫਿਰ ਸਤਿਗੁਰਾਂ ਜੀ ਨੇ ਦੱਸਿਆ ਕਿ ਭਾਈ 5 ਤੱਤਾਂ ਨੂੰ ਕਰਕੇ ਸਾਰੀ ਸ੍ਰਿਸ਼ਟੀ ਮਹਾਰਾਜ ਨੇ ਸਾਜ ਦਿੱਤੀ ਹੈ। ਇਹ ਜਿੰਨੇ 4 ਖਾਣੀਆਂ ਦੇ ਜੀਵ ਹਨ, ਤੇ ਫਿਰ ਸਾਧ ਸੰਗਤ ਜੀ ਕਿੰਨੇ ਕੁ ਇੱਕ ਖਾਣੀ ਵਿੱਚ ਜੀਵ ਹੈ, ਕੋਈ ਗਿਣ ਨਹੀਂ ਸਕਦਾ ਹੈ। ਤੇ ਮਨੁੱਖਾਂ ਦੀ ਗਿਣਤੀ ਬੜੀ ਔਖੀ ਹੈ, ਫਿਰ ਨਸਲਾਂ ਹੀ ਨਹੀਂ ਲੱਭਦੀਆਂ। ਸਤਿਗੁਰੂ ਜੀ ਕਹਿੰਦੇ ਭਾਈ ਇਹ ਸੰਸਾਰ ਹੀ ਬੜਾ ਬੇਅੰਤ ਹੈ, ਤੇ ਪਰਮੇਸ਼ਰ ਦਾ ਅੰਤ ਕਿਸੇ ਕੀ ਪਾਉਣਾ, ਉਹਦੀ ਸਾਜੀ ਹੋਈ ਸਾਜਨਾ ਦਾ ਅੰਤ ਨਹੀਂ ਪਾਇਆ ਜਾਂਦਾ ਹੈ। ਇਉਂ ਮਹਾਰਾਜ ਕਹਿੰਦੇ ਭਾਈ ਜਿਹੜਾ ਇਹ ਸੰਸਾਰ ਹੈ ਗੁਰਸਿੱਖੋ, ਇਹ ਵਾਹਿਗੁਰੂ ਨੇ ਆਪਣੀ ਕੁਦਰਤ ਦੁਆਰਾ ਸ਼ਕਤੀ ਦੁਆਰਾ ਸਾਜਣਾ ਕੀਤਾ ਹੈ। ਸਾਧ ਸੰਗਤ ਜੀ, ਜਿਹੜੇ ਕਹਿੰਦੇ ਕੁਦਰਤ ਹੀ ਰੱਬ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਦੱਸਦੇ ਹੈ ਕਿ ਭਾਈ ਕੁਦਰਤ ਜਿਹੜੀ ਸ਼ਕਤੀ ਹੈ ਨਾ, ਉਹ ਪਰਮੇਸ਼ਰ ਕਰਕੇ ਹੈ, ਪਰਮੇਸ਼ਰ ਸ਼ਕਤੀ ਕਰਕੇ ਨਹੀਂ। ਨਾਮ ਹੀ ਉਹ ਆਪ ਦੀ ਸ਼ਕਤੀ ਨੂੰ ਗੋਪ ਕਰ ਲੇ ਤੇ ਫਿਰ ਕੁਝ ਵੀ ਨਹੀਂ ਹੋਊਗਾ, ਪਰ ਉਹ ਆਪ ਜ਼ਰੂਰ ਹੋਵੇਗਾ। ਉਹ ਸਾਰੀਆਂ ਸ਼ਕਤੀਆਂ ਸੰਪੰਨ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹਦੀ ਆਪਣੀ ਮੌਜ ਹੈ ਵਾਹਿਗੁਰੂ ਦੀ। ਉਹਨ ਸ਼ਕਤੀ ਨੂੰ ਪੈਦਾ ਕਰਕੇ ਮਹਾਰਾਜ ਕਹਿੰਦੇ ਭਾਈ ਆਪ ਦੀ ਸ਼ਕਤੀ ਦੁਆਰਾ, ਕੁਦਰਤ ਦੁਆਰਾ, ਗਰੀਬ ਨਵਾਜ ਕਹਿੰਦੇ ਸਾਰੇ ਜਿੰਨੀ ਕਾਇਨਾਤ ਦਿਸਦੀ ਹੈ, ਇਹ ਸਾਰੇ ਸੰਸਾਰ ਦੀ ਸ੍ਰਿਸ਼ਟੀ ਦੀ ਮਹਾਰਾਜ ਕਹਿੰਦੇ ਵਾਹਿਗੁਰੂ ਨੇ ਭਾਈ ਸਿਰਜਣਾ ਕੀਤੀ ਹੈ। ਆਪੇ ਕਰੇ ਵਿਚਾਰ, ਤੇ ਆਪ ਹੀ ਫਿਰ ਵਾਹਿਗੁਰੂ ਜੀਵ ਦੇ ਚੰਗੇ ਮੰਦੇ ਕਰਮਾਂ ਦੀ ਵਿਚਾਰ ਕਰਦਾ ਹੈ। ਤੇ ਜਿਹੜੇ ਚੰਗੇ ਜਾਂ ਮੰਦੇ ਸੁਭਾਅ ਹਨ, ਉਹਨਾਂ ਸੁਭਾਵਾਂ ਮੁਤਾਬਕ ਜਿਹੜੇ ਚੰਗੇ ਸੁਭਾਅ ਵਾਲੇ ਆ ਭਲੇ ਕਰਮ ਕਰਦੇ ਆ, ਮੰਦੇ ਸੁਭਾਅ ਵਾਲੇ ਜਿਹੜੇ ਆ ਬੁਰੇ ਕਰਮ ਕਰਦੇ ਆ। ਉਹਨਾਂ ਦੇ ਫਿਰ ਚੰਗੇ ਤੇ ਮੰਦੇ ਕਰਮਾਂ ਦੀ ਵਿਚਾਰ ਜਿਹੜੀ ਹੈ ਨਾ, ਉਹ ਵਾਹਿਗੁਰੂ ਆਪ ਕਰ ਰਿਹਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਕੋਈ ਇਹ ਨਾ ਜਾਣੇ ਕਿ ਮੇਰਾ ਕੋਈ ਹਿਸਾਬ ਕਿਤਾਬ ਹੀ ਹੈ ਨਹੀਂ। ਤਾਂ ਹਿਸਾਬ ਕਿਤਾਬ ਤਾਂ ਪਰਮੇਸ਼ਰ ਦੀ ਦਰਗਾਹ ਵਿੱਚ ਸਭ ਦਾ ਹੀ ਹੈ। ਹਜੂਰ ਨੇ ਤਾਂ ਆਖਿਆ ਹੈ ਕਿ ਰੇ ਮਨ ਲੇਖੈ ਚੱਲ ਹੈ, ਲੇਖੇ ਬੈਸ ਹੈ, ਲੇਖੇ ਲੈਂਦਾ ਸਾਹਾ ਹੈ। ਤੂੰ ਉੱਠਦਾ ਹੈ, ਬਹਿੰਦਾ ਹੈ, ਖਾਂਦਾ ਪੀਂਦਾ, ਗੱਲਬਾਤ ਕਰਦਾ ਹੈ, ਇਹ ਸਭ ਕੁਝ ਵਾਹਿਗੁਰੂ ਦੇ ਲੇਖੇ ਵਿੱਚ ਹੈ। ਮਹਾਰਾਜ ਕਹਿੰਦੇ ਭਾਈ ਉਹ ਆਪ ਹੀ ਵਿਚਾਰ ਕਰਦਾ ਹੈ ਜੀਵਾਂ ਦੇ ਗੁਣਾ ਅਵਗੁਣਾ ਦੀ। ਇੱਕ ਖੋਟੇ ਇੱਕ ਖਰੇ, ਮਹਾਰਾਜ ਕਹਿੰਦੇ ਇੱਕ ਸੰਸਾਰ ਵਿੱਚ ਖੋਟੇ ਹੈ, ਜਿਨ੍ਹਾਂ ਨੂੰ ਸਾਧ ਸੰਗਤ ਜੀ ਪਰਮੇਸ਼ਰ ਦੇ ਜਿਹੜਾ ਹੈ ਨਾਮ ਦਾ ਪਿਆਰ ਨਹੀਂ, ਔਗਣ ਕਰਦੇ ਐ, ਪਾਪਾਂ ਵਿੱਚ ਬਿਰਤੀ ਲੱਗੀ ਰਹਿੰਦੀ ਹੈ, ਰਸ ਕਸ ਭੋਗਦੇ ਰਹਿੰਦੇ ਐ, ਬੁਰਾ ਬੋਲਦੇ ਐ, ਉਹ ਖੋਟੇ ਐ। ਇੱਕ ਖਰੇ ਮਹਾਰਾਜ ਕਰ ਦਿੱਤੇ ਐ। ਖਰੇ ਕੌਣ ਐ? ਵਾਹਿਗੁਰੂ ਨਾਲ ਪ੍ਰੇਮ ਕਰਦੇ ਐ, ਮਿੱਠਾ ਬੋਲਦੇ ਐ, ਸਤਸੰਗਤ ਕਰਦੇ ਐ, ਪਰਉਪਕਾਰ ਕਰਦੇ ਐ। ਇਉਂ ਮਹਾਰਾਜ ਕਹਿੰਦੇ ਇੱਕ ਭਾਈ ਖੋਟੇ ਐ ਸੰਸਾਰ ਦੇ ਅੰਦਰ, ਇੱਕ ਖਰੇ ਹਨ। ਜਾਂ ਜਾਣੋ ਇੱਕ ਮਨਮੁਖ ਹੈ, ਉਹ ਖੋਟਿਆਂ ਦੀ ਨਿਆਈ ਹੈ। ਇੱਕ ਗੁਰਮੁਖ ਹਨ ਜਿਹੜੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਖਰੇ ਹਨ, ਉੱਤਮ ਹਨ। ਆਪੇ ਪਰਖਣ ਹਾਰ, ਤੇ ਪਰਖਣ ਵਾਲਾ ਵੀ ਆਪ ਹੀ ਹੈ, ਕੋਈ ਨਹੀਂ ਇਹ ਕਹਿ ਸਕਦਾ, ਕਿਉਂਕਿ ਬਣਨ ਨੂੰ ਤੇ ਹਰ ਕੋਈ ਕਹਿੰਦਾ ਮੈਂ ਗੁਰਮੁਖ ਵਾਂ,
ਮਨ ਵੀ ਇਹੀ ਉਹਨੂੰ ਅਨੁਮਾਨ ਲਗਾਉਂਦਾ ਰਹਿੰਦਾ ਹੈ ਅੰਦਰ ਕਿ ਮੈਂ ਤਾਂ ਭਾਈ ਗੁਰਮੁਖ ਵਾਂ। ਪਰ ਮਹਾਰਾਜ ਕਹਿੰਦੇ ਭਾਈ ਇਹ ਪਰਖਣਾ ਕੋਈ ਆਪ ਥੋੜੀ ਸਾਡੇ ਹੱਥ ਵਿੱਚ ਹੈ, ਇਹ ਤਾਂ ਗੁਰਮੁਖਤਾਈ ਦੀ ਪਰਖ ਵੀ ਵਾਹਿਗੁਰੂ ਆਪ ਹੀ ਕਰਨ ਵਾਲਾ ਹੈ, ਉਹ ਹੀ ਪਰਖਦਾ ਹੈ। ਜਿਵੇਂ ਜੌਹਰੀ ਦੱਸਦਾ ਨਾ ਕਿ ਸੋਨਾ ਖਰਾ ਹੈ ਕਿ ਜਾਂ ਖੋਟਾ ਹੈ, ਇਵੇਂ ਮਹਾਰਾਜ ਕਹਿੰਦੇ ਭਾਈ ਜੌਹਰੀ ਦੀ ਨਿਆਈ ਆਪ ਹੈ ਵਾਹਿਗੁਰੂ ਪਰਖਣ ਵਾਲਾ, ਤੇ ਜਾਂ ਵਾਹਿਗੁਰੂ ਦਾ ਸਰੂਪ ਗੁਰੂ ਸਾਹਿਬ ਆਪ ਹਨ ਜੋ ਸਤਿਗੁਰੂ ਜੀ ਪਰਖਦੇ ਆ। ਫਿਰ ਮਹਾਰਾਜ ਪਰਖ ਲੈਂਦੇ ਐ ਤੇ ਪਰਖ ਕੇ ਸਤਿਗੁਰੂ ਜੀ ਫਿਰ ਸਾਧ ਸੰਗਤ ਜੀ ਮਹਾਰਾਜ ਅੱਗੇ ਦੱਸਣਗੇ ਕਿ ਇਹ ਪਰਖਣਹਾਰ ਪਰਮੇਸ਼ਰ ਆਪ ਹੈ, ਪਰਮੇਸ਼ਰ ਦਾ ਸਰੂਪ ਗੁਰੂ ਸਾਹਿਬ ਜੀ ਹਨ। ਸੰਸਾਰ ਦੇ ਅੰਦਰ ਇਸ ਸ੍ਰਿਸ਼ਟੀ ਦੇ ਅੰਦਰ ਇੱਕ ਖੋਟੇ ਹੈ ਇੱਕ ਖਰੇ ਹੈ, ਆਪ ਹੀ ਮੇਰਾ ਵਾਹਿਗੁਰੂ ਗੁਰੂ ਸਰੂਪ ਹੋ ਕਰਕੇ ਪਰਖਣਾ ਕਰਦਾ ਹੈ। ਖਰੇ ਖਜ਼ਾਨਾ ਪਾਈਐ ਹੈ, ਜਿਹੜੇ ਖਰੇ ਹਨ ਨਾ ਉਹਨਾਂ ਨੂੰ ਫਿਰ ਮਹਾਰਾਜ ਆਪਦੇ ਸਾਧ ਸੰਗਤ ਜੀ ਸਰੂਪ ਦੀ ਸਾਖਿਆਤਾ ਰੂਪ ਖਜ਼ਾਨੇ ਵਿੱਚ ਪਾ ਲੈਂਦੇ। ਆਪਦੀ ਮਹਾਰਾਜ ਜਿਹੜੀ ਹੈ ਪ੍ਰੇਮਾ ਭਗਤੀ ਰੂਪੀ ਖਜ਼ਾਨੇ ਵਿੱਚ ਪਾ ਲੈਂਦੇ ਆ। ਸੱਚੇ ਪਾਤਸ਼ਾਹ ਜੀ ਆਪਦੇ ਸੰਗਤ ਰੂਪੀ ਖਜ਼ਾਨੇ ਵਿੱਚ ਪਾ ਲੈਂਦੇ ਆ ਜਿਹੜੇ ਖਰੇ ਮਹਾਰਾਜ ਵੇਖਦੇ ਆ। ਕਿਉਂਕਿ ਇਹ ਜਿਹੜੀ ਮਹਾਰਾਜ ਕਸੌਟੀ ਲਾਉਂਦੇ ਆ ਨਾ, ਤੇ ਇਹ ਸਾਧ ਸੰਗਤ ਜੀ ਕਸੌਟੀ ਜਿਹੜੀ ਹੈ ਸਤਿਗੁਰੂ ਜੀ ਇਸ ਕਰਕੇ ਨਹੀਂ ਲਾਉਂਦੇ ਕਿ ਮਹਾਰਾਜ ਸਿੱਖ ਨੂੰ ਹਰਾਉਣਾ ਚਾਹੁੰਦੇ ਆ, ਨਹੀਂ। ਸੱਚੇ ਪਾਤਸ਼ਾਹ ਜੀ ਜਿਵੇਂ ਕਸੌਟੀ ਤੇ ਸੁਨਿਆਰਾ ਪਰਖਦਾ ਨਾ ਸੋਨੇ ਨੂੰ, ਤੇ ਸਾਧ ਸੰਗਤ ਜੀ ਉਹਦੇ ਵਿੱਚੋਂ ਮੈਲ ਕੱਢਣੀ ਚਾਹੁੰਦਾ ਸੁਨਿਆਰਾ, ਉਹਦਾ ਉਹ ਇਹ ਮੰਤਵ ਹੁੰਦਾ ਉਹਦੇ ਜਿਹੜਾ ਹੈ ਤਾਉਣ ਦਾ ਕਿ ਸੋਨੇ ਚੋਂ ਮੈਲ ਨਿਕਲ ਜਾਵੇ, ਖਰਾ ਬਣ ਜਾਵੇ। ਇਉਂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਜਦੋਂ ਪਰਖ ਦਾ ਤਾਲ ਆਉਂਦੇ ਆ ਨਾ, ਤਾਂ ਮਹਾਰਾਜ ਸਾਹਿਬ ਜੀ ਸਾਡੇ ਅੰਦਰ ਜਿਹੜੀ ਕੋਈ ਵਿਕਾਰਾਂ ਦੀ ਮੈਲ ਵੈ, ਜਿਹੜੀ ਅਜੇ ਪਾਪਾਂ ਦੀ ਕੋਈ ਇੱਛਾ ਹੈ, ਇਹ ਮੈਲੀ ਇੱਛਾ ਰੂਪੀ ਮੈਲ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਾ ਦੇ ਕੇ ਫਿਰ ਕੱਢ ਦਿੰਦੇ ਆ ਗਰੀਬ ਨਵਾਜ਼। ਤੇ ਸਤਿਗੁਰੂ ਜੀ ਜਦੋਂ ਤਾਲ ਆਉਂਦੇ ਆ, ਇਹ ਸਾਧ ਸੰਗਤ ਜੀ ਬੜਾ ਔਖਾ ਹੈ ਗਰੀਬ ਨਵਾਜ਼। ਸਤਿਗੁਰੂ ਜਦੋਂ ਆਪ ਹੀ ਗਰੀਬ ਨਵਾਜ਼ ਤਰਸ ਕਰਨ ਨਾ, ਫਿਰ ਹੀ ਮਹਾਰਾਜ ਦੀ ਲਾਈ ਹੋਈ ਕਸੌਟੀ ਵਿੱਚ ਪੂਰੇ ਉਤਰ ਸਕੀਦਾ ਹੈ। ਕਿਉਂਕਿ ਉਹ ਕਬੀਰ ਜੀ ਦੇ ਬਾਣੀ ਵਿੱਚ ਸ਼ਬਦ ਨੇ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਕੋਏ, ਆਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਮਹਾਰਾਜ ਦੀ ਕਸੌਟੀ ਤਾਂ ਉਹ ਹੀ ਸਹਾਰ ਸਕਦਾ ਨਾ ਜਿਹੜਾ ਜੀਵਤ ਭਾਵ ਤੋਂ ਹੀ ਮਰਿਆ ਹੋਵੇ। ਸਤਿਗੁਰਾਂ ਜੀ ਨੇ ਜੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਸੌਟੀ ਲਾ ਕੇ ਪਰਖਿਆ ਸੀਗਾ, ਤੇ ਫਿਰ ਭਾਈ ਰਾਮਾ ਜੀ ਮਹਾਰਾਜ ਦੀ ਉਮਰ ਪਰਖਣ ਲੱਗ ਗਏ ਸੀ, ਤੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹ ਕਸੌਟੀ ਵਿੱਚ ਪੂਰੇ ਉਤਰੇ ਸੀ। ਤੋ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਸੌਟੀ ਲਾਈ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਪੂਰੇ ਉਤਰੇ ਸੀ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਿਹੋ ਜੀ ਕਸੌਟੀ ਲਾਈ, ਗੁਰੂ ਅਮਰਦਾਸ ਸਾਹਿਬ ਜੀ ਕਿਵੇਂ ਸੇਵਾ ਕੀਤੀ ਸੱਚੇ ਪਾਤਸ਼ਾਹ ਨੇ, ਜਿਹੜੀ ਸੀ ਸੇਵਾ ਦੀ ਹੱਦ ਹੀ ਮੁਕਾਤੀ, ਏਡੀ ਭਾਵਨਾ ਨਾਲ ਮਹਾਰਾਜ ਸੇਵਾ ਕੀਤੀ, ਤੇ ਸੱਚੇ ਪਾਤਸ਼ਾਹ ਹੀ ਪੂਰੇ ਉਤਰੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਇਉਂ ਮਹਾਰਾਜ ਦੀ ਕਸੌਟੀ ਵਿੱਚ ਜਦੋਂ ਗੁਰਸਿੱਖਾਂ ਦੇ ਉੱਤੇ ਕਸਵੱਟੀ ਲਾਉਂਦੇ ਆ ਨਾ ਮਹਾਰਾਜ, ਤੇ ਇਹ ਸਾਧ ਸੰਗਤ ਜੀ ਫਿਰ ਕੋਈ ਹੈ ਜਿਹੜਾ ਜਿਹਨੂੰ ਮਹਾਰਾਜ ਪੂਰਾ ਉਤਾਰਨਾ ਚਾਹਣ, ਉਹ ਹੀ ਫਿਰ ਪੂਰਾ ਉਤਰਦਾ ਹੈ। ਮਹਾਰਾਜ ਹਜੂਰ ਫਰਮਾਉਂਦੇ ਹਨ, ਫਿਰ ਪੜ੍ਹ ਦਿਓ। ਖਰੇ ਖਜ਼ਾਨਾ ਪਾਈਐ ਹੈ, ਜਿਹੜੇ ਖਰੇ ਹਨ ਨਾ ਮਹਾਰਾਜ ਕਹਿੰਦੇ ਭਾਈ ਗੁਰਮੁਖ ਵੈ ਪਿਆਰ ਕਰਦੇ ਮਹਾਰਾਜ ਜੀ ਦੇ ਚਰਨਾਂ ਨਾਲ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਖਰਿਆਂ ਨੂੰ ਗੁਰਸਿੱਖਾਂ ਨੂੰ ਖਰੇ ਕਰਕੇ ਮਹਾਰਾਜ ਸਾਹਿਬ ਜੀ ਜਿਨ੍ਹਾਂ ਵਿੱਚ ਕੇਵਲ ਪ੍ਰੀਤ ਹੀ ਰਹਿ ਜਾਂਦੀ ਹੈ, ਸਭ ਵਿਕਾਰਾਂ ਦੀ ਮੈਲ ਮਹਾਰਾਜ ਜੀ ਤਾ ਦੇ ਕੇ ਕੱਢ ਦਿੰਦੇ ਆ। ਸੱਚੇ ਪਾਤਸ਼ਾਹ ਪਾਪਾਂ ਦੀ ਮੈਲ ਵਾਲੀ ਇੱਛਾ ਸਾਰੀ ਮਹਾਰਾਜ ਕੱਢ ਦਿੰਦੇ ਆ। ਉਹਨਾਂ ਨੂੰ ਫਿਰ ਹਜੂਰ ਖਰੇ ਕਰਕੇ ਜਿਨ੍ਹਾਂ ਦੇ ਅੰਦਰ ਪ੍ਰੀਤ ਹੀ ਰਹਿ ਜਾਂਦੀ ਹੈ, ਉਹਨਾਂ ਨੂੰ ਮਹਾਰਾਜ ਖਰੇ ਕਰਕੇ ਗੁਰਮੁਖ ਬਣਾ ਕੇ ਮਹਾਰਾਜ ਆਪ ਦੇ ਸਰੂਪ ਰੂਪੀ ਗਰੀਬ ਨਵਾਜ ਖਜ਼ਾਨੇ ਵਿੱਚ ਪਾ ਲੈਂਦੇ ਆ। ਖੋਟੇ ਸਟੀਐ ਹੈ ਬਾਹਰ ਵਾਰ, ਜਿਹੜੇ ਖੋਟੇ ਐ ਸਾਧ ਸੰਗਤ ਜੀ ਪਾਪਾਂ ਦੀ ਮੈਲ ਨਹੀਂ ਛੁੱਟਦੀ, ਫਿਰ ਬਹੁਤ ਜ਼ਿਆਦਾ ਵਿਕਾਰੀ ਚਿੱਤ ਬਣਿਆ ਰਹਿੰਦਾ ਹੈ, ਜਾਂ ਸਤਿਗੁਰੂ ਜੀ ਦੇ ਕੋਲ ਵੀ ਆ ਕਰਕੇ ਧੋਖੇਬਾਜ਼ੀਆਂ ਕਰਦੇ ਰਹਿੰਦੇ ਆ, ਗੁਰੂ ਸਾਹਿਬ ਨੂੰ ਸਮਰੱਥ ਨਹੀਂ ਜਾਣਦੇ, ਕੜਾਹ ਪ੍ਰਸ਼ਾਦ ਬੜਾ ਛਕਦੇ ਐ, ਹੋਰ ਲਾਭ ਗੁਰੂ ਘਰ ਵਿੱਚੋਂ ਪੂਰੇ ਲੈਂਦੇ ਐ,
ਤੇ ਜੇ ਕੁਰਬਾਨੀ ਦਾ ਵਕਤ ਆਏ ਜਾਂ ਗੁਰ ਕਹੈ ਉਠੋ ਮੇਰੇ ਭਾਈ, ਬਹਿ ਜਾਏ ਘੁਸਰ ਬਗੁਲਾਰੇ, ਫਿਰ ਪਿੱਛੇ ਜਾ ਕੇ ਘੁਸਰ ਕੇ ਬਹਿ ਜਾਣਾ, ਲੁਕ ਜਾਣਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਉਹ ਫਿਰ ਖੋਟੇ ਜਿਹੜੇ ਆ ਨਾ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜਿਹੜਾ ਹੈ ਆਪਣੇ ਤੋਂ ਵਿਸਾਰ ਦਿੰਦੇ ਆ, ਉਹਨਾਂ ਨੂੰ ਬਾਰ-ਬਾਰ ਸਿੱਟਿਆ ਜਾਂਦਾ। ਭਾਵ ਉਹਨਾਂ ਨੂੰ ਸਤਸੰਗਤ ਵਿੱਚ ਥਾਂ ਨਹੀਂ ਫਿਰ ਮਿਲਦੀ, ਉਹਨਾਂ ਦਾ ਚਿੱਤ ਉੱਥੇ ਨਹੀਂ ਲੱਗਦਾ, ਉਹਨਾਂ ਨੂੰ ਸੱਚਖੰਡ ਰੂਪੀ ਮਹਾਰਾਜ ਦਾ ਜਿਹੜਾ ਦਰਬਾਰ ਹੈ, ਜਿਹੜਾ ਘਰ ਹੈ, ਉੱਥੇ ਸਾਧ ਸੰਗਤ ਜੀ ਥਾਂ ਨਹੀਂ ਮਿਲਦੀ। ਉਹ ਤਾਂ ਫਿਰ ਬਾਹਰ ਹੀ ਸਿੱਟੇ ਜਾਂਦੇ ਆ। ਜਿਵੇਂ ਮਹਾਰਾਜ ਉਹ ਪਾਣੀ ਵਿੱਚ ਪਤਾਸਿਆਂ ਦਾ ਤੇ ਪੱਥਰਾਂ ਦਾ ਦ੍ਰਿਸ਼ਟਾਂਤ ਦਿਖਾਇਆ ਸੀ, ਸਤਸੰਗੀਆਂ ਉਹ ਸਾਖੀ ਸੁਣੀ ਹੈ। ਮਹਾਰਾਜ ਕਹਿੰਦੇ ਭਾਈ ਪਤਾਸੇ ਘੁਲ ਜਾਂਦੇ ਆ ਪਾਣੀ ਦੇ ਵਿੱਚ ਹੀ, ਤੇ ਪੱਥਰ ਫਿਰ ਵੀ ਬਾਹਰ ਹੀ ਸਿੱਟਣੇ ਪੈਂਦੇ ਆ ਨਾ। ਇਉਂ ਮਹਾਰਾਜ ਇਹ ਨਿਰੰਕਾਰ ਦਾ ਬਣਾਇਆ ਅਸੂਲ ਵੈ। ਵਾਹਿਗੁਰੂ ਜੀ ਦੇ ਵੀ ਸੱਚਖੰਡ ਦੇ ਘਰ ਦੇ ਅੰਦਰ ਉਹ ਸਾਧ ਸੰਗਤ ਜੀ ਰਲ ਜਾਂਦੇ ਆ, ਜਿਹੜੇ ਖਰੇ ਹੁੰਦੇ ਆ ਮਹਾਰਾਜ ਦੀ ਜੋਤ ਦੇ ਅੰਦਰ, ਤੇ ਜਿਹੜੇ ਖੋਟੇ ਆ ਉਹ ਫਿਰ ਬਾਰ-ਬਾਰ ਸਿੱਟੇ ਜਾਂਦੇ ਆ, ਨਰਕਾਂ ਵਿੱਚ ਪਾਏ ਜਾਂਦੇ ਆ। ਇਵੇਂ ਕਬੀਰ ਸਾਹਿਬ ਜੀ ਨੇ ਵੀ ਕਿਹਾ ਹੈ ਕਿ ਜਿਹੜਾ ਹੈ ਮੁਕਤੀ ਦਾ ਦੁਆਰਾ ਜਿਹੜਾ ਨਾ, ਕਬੀਰ ਸਾਹਿਬ ਕਹਿੰਦੇ ਭਾਈ ਉਹ ਬਹੁਤ ਜ਼ਿਆਦਾ ਬਰੀਕ ਹੈ। ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਿਆ, ਨਿਕਸਿਆ ਕਿਉਂ ਕਰ ਜਾਏ। ਕਹਿੰਦੇ ਮਨ ਜਿਹੜਾ ਵਕਾਰੀ ਹੋ ਕੇ ਹਾਥੀ ਵਰਗਾ ਭਾਰਾ ਹੁੰਦਾ ਜਾ ਰਿਹਾ ਹੈ, ਤੇ ਮੁਕਤ ਦੁਆਰਾ ਸੰਕੁੜਾ, ਬਹੁਤਾ ਹੀ ਸੰਕੁੜਾ ਹੈ। ਕਹਿੰਦੇ ਰਾਈ ਦਾ ਇੱਕ ਬੀਜ ਹੁੰਦਾ, ਉਹਦੇ ਵੀ 10ਵੇਂ ਹਿੱਸੇ ਜਿੰਨਾ ਉਹ ਤੋਂ ਬਰੀਕ ਹੈ, ਤੇ ਉਹਦੇ ਵਿੱਚ ਦੀ 10 ਤੂੰ ਕਿਵੇਂ ਲੰਘ ਜਾਏਗਾ। ਉਹਦੇ ਵਿੱਚ ਤਾਂ ਉਹ ਲੰਘ ਸਕਦੇ ਜਿਨ੍ਹਾਂ ਨੇ ਸਾਧ ਸੰਗਤ ਜੀ ਪਾਪਾਂ ਦਾ ਭਾਰ ਨਹੀਂ ਚੱਕਿਆ, ਜਿਨ੍ਹਾਂ ਨੇ ਨਿੰਦਾ ਦੀ ਪੋਟ ਨਹੀਂ ਉਠਾਈ, ਜਿਨ੍ਹਾਂ ਨੇ ਵਕਾਰਾਂ ਦੇ ਪੱਥਰ ਨਹੀਂ ਆਪਦੇ ਗਲ 'ਚ ਬੰਨੇ। ਜਦੋਂ ਉਹ ਦੁਆਰਾ ਆਉਂਦਾ ਉਹ ਸੂਖਸ਼ਮ ਤੋਂ ਸੂਖਸ਼ਮ ਹੁੰਦੇ ਆ, ਉਹ ਝੱਟ ਹੀ ਲੰਘ ਜਾਂਦੇ ਉਸ ਦੁਆਰੇ ਰਾਹੀਂ, ਤੇ ਲੰਘ ਕੇ ਫਿਰ ਸੱਚਖੰਡ ਨੂੰ ਜਾਂਦੇ। ਮੁਕਤੀ ਦਾ ਦੁਆਰਾ ਹੈ ਨਾ ਫਿਰ ਉਹ। ਇਸ ਕਰਕੇ ਕਬੀਰ ਜੀ ਕਹਿੰਦੇ ਮਨ ਤਾਂ ਇੱਥੇ ਭੋਗਾਂ ਨੂੰ ਭੋਗਦਾ ਹੋਇਆ ਹਾਥੀ ਵਰਗਾ ਭਾਰਾ ਹੁੰਦਾ ਜਾ ਰਿਹਾ ਹੈ, ਤੇ ਉਸ ਖਜ਼ਾਨੇ ਤੱਕ ਤੂੰ ਪਹੁੰਚ ਨਹੀਂ ਸਕਦਾ ਨਾ। ਮਹਾਰਾਜ ਦਾ ਜਿਹੜਾ ਆਪਣਾ ਖਜ਼ਾਨਾ ਹੈ ਸਰੂਪ ਦੀ ਸਾਖਿਆਤਤਾ ਦਾ, ਜਿਵੇਂ ਖਜ਼ਾਨਾ ਹੁੰਦਾ ਨਾ, ਤਿਜੋਰੀ ਹੁੰਦੀ ਹੈ, ਉਹਦੇ 'ਚ ਖਰਾ ਕਰਕੇ ਜੌਹਰੀ ਰੱਖ ਲੈਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਖਜ਼ਾਨਾ ਉਹ ਸੱਚਖੰਡ ਹੈ। ਸਤਿਗੁਰੂ ਜੀ ਉੱਥੇ ਰੱਖਦੇ, ਫਿਰ ਆਪਣੇ ਦੇਸ਼ ਵਿੱਚ ਆਪਣੇ ਕੋਲ ਮਹਾਰਾਜ ਰੱਖਦੇ ਆ। ਤੇ ਜਿਹੜੇ ਖੋਟੇ ਆ ਉਹ ਫਿਰ ਸਾਧ ਸੰਗਤ ਜੀ ਬਾਰ-ਬਾਰ ਸਿੱਟੇ ਜਾਂਦੇ ਆ, ਕਿ ਭਾਵ ਫਿਰ ਜੂਨੀਆਂ ਵਿੱਚ ਹੀ ਉਹਨਾਂ ਨੂੰ ਆਉਣਾ ਪੈਂਦਾ, ਨਰਕਾਂ ਵਿੱਚ ਹੀ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ, ਸੁੱਟੇ ਜਾਂਦੇ ਆ। ਮਹਾਰਾਜ ਕਹਿੰਦੇ ਭਾਈ ਐਸੀ ਹਾਲਤ ਹੁੰਦੀ ਆ। ਖੋਟੇ ਸੱਚੀ ਦਰਗਾਹ ਸੁੱਟੀਆ ਹੈ। ਖੋਟੇ ਜਿਹੜੇ ਆ ਮਹਾਰਾਜ ਕਹਿੰਦੇ ਸੱਚੀ ਦਰਗਾਹ ਦੇ ਵਿੱਚੋਂ ਬਾਹਰ ਸੁੱਟੇ ਜਾਂਦੇ। ਉਹ ਸਾਧ ਸੰਗਤ ਜੀ ਖੋਟੇ ਜਿਹੜੇ ਆ ਸੱਚੀ ਦਰਗਾਹ ਦੇ ਅੰਦਰ ਨਹੀਂ ਉਹ ਪ੍ਰਵਾਨ ਚੜ੍ਹਦੇ, ਉਹਨਾਂ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਮਹਾਰਾਜ ਜੀ ਦੇ ਘਰ ਦੇ ਅੰਦਰ ਵੀ ਜਿਹੜੇ ਖੋਟ ਨਾਲ ਰਹੇ, ਤੇ ਜਦੋਂ ਸਮਾਂ ਪਿਆ, ਇਹ ਤਾਂ ਨਿਰੰਕਾਰ ਨੇ ਵਿਧੀ ਇਸ ਤਰ੍ਹਾਂ ਦੀ ਬਣਾਤੀ ਨਾ ਕਿ ਜਦੋਂ ਭੰਗਾਣੀ ਦਾ ਯੁੱਧ ਪਿਆ ਤੇ ਮਹਾਰਾਜ ਦੇ ਘਰੋਂ ਲੰਗਰ ਪ੍ਰਸ਼ਾਦ ਪਠਾਨ ਖਾਂਦੇ ਰਹੇ, ਉਦਾਸੀ ਛਕਦੇ ਰਹੇ। ਜਦੋਂ ਪਤਾ ਲੱਗਾ 3.5 ਲੱਖ ਫੌਜ ਆ ਗਈ ਹੈ, ਤੇ ਫਿਰ ਸਾਧ ਸੰਗਤ ਜੀ ਉਹ ਉਦਾਸੀਆਂ ਦਾ ਡੇਰਾ ਵੀ ਵਿਹਲਾ ਹੋ ਗਿਆ। ਇੱਕ ਮਹੰਤ ਕਿਰਪਾਲ ਦਾਸ ਹੀ ਰਹੇ, ਜਿਹਦੇ ਕਰਕੇ ਮਹਾਰਾਜ ਕਹਿਤਾ ਵੀ ਜੜ ਰਹਿ ਗਈ, ਤੇ ਨਹੀਂ ਤੇ ਅਸੀਂ ਅੱਜ ਤੁਹਾਡਾ ਪੰਥ ਛੇਕ ਦੇਣਾ ਸੀ ਗੁਰੂ ਘਰ ਨਾਲੋਂ। ਇਹ ਮਹਾਰਾਜ ਕਹਿੰਦੇ ਚੰਗਾ ਬਈ ਜੜ ਰਹਿ ਗਈ ਤੇ ਪੱਤੇ ਲੱਗ ਜਾਣਗੇ, ਫਲ ਪੈ ਜਾਣਗੇ, ਫਿਰ ਟਾਹਣੀਆਂ ਲੱਗ ਜਾਣਗੀਆਂ। ਇਹ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਆਖੇ ਸੀਗੇ। ਤੇ ਜਿਹੜੇ ਨਿਮਕ ਹਰਾਮੀ ਪਠਾਨ ਸੀ ਉਹਨਾਂ ਨੇ ਉਥੋਂ ਭੱਜਣਾ ਤਾਂ ਸੀਗਾ ਹੀ, ਤੇ ਸਗੋਂ ਪਹਾੜੀਆਂ ਨਾਲ ਰਲ ਕੇ ਮਹਾਰਾਜ ਉੱਪਰ ਚੜ੍ਹ ਕੇ ਆ ਗਏ ਸੀ। ਇਹ ਸੱਚੀ ਦਰਗਾਹ ਹੈ, ਸਤਿਗੁਰੂ ਜੀ ਦਾ ਦਰਬਾਰ। ਇੱਥੇ ਖੋਟੇ ਸਾਧ ਸੰਗਤ ਜੀ ਰਹਿ ਹੀ ਨਹੀਂ ਸਕਦੇ। ਜੇ ਰਹਿੰਦੇ ਵੀ ਹੈ ਮਤਲਬ ਕਰਕੇ, ਉਹ ਕੋਈ ਨਾ ਕੋਈ ਅਰਥ ਹੁੰਦਾ ਉਹਨਾਂ ਦਾ ਕਿ ਚਲੋ ਮਾਇਆ ਮਿਲਦੀ ਹੈ, ਪਦਾਰਥ ਮਿਲਦੇ ਹੈ, ਪਰ ਜਦੋਂ ਕੋਈ ਮਹਾਰਾਜ ਪਰਖਣਾ ਦੀ ਘੜੀ ਪਾ ਦਿੰਦੇ ਆ, ਕੋਈ ਔਖਾ ਸਮਾਂ ਆ ਜਾਂਦਾ ਹੈ, ਫਿਰ ਸਾਧ ਸੰਗਤ ਜੀ ਉਹ ਆਪਣੇ ਆਪ ਹੀ ਦੌੜ ਜਾਂਦੇ ਆ, ਬਾਹਰ ਸੁੱਟ ਦਿੱਤਾ ਜਾਂਦਾ ਉਹਨਾਂ ਨੂੰ। ਇਹ ਸਤਿਗੁਰੂ ਜੀ ਆਪ ਹੀ ਕਿਰਪਾ ਕਰਦੇ ਆ ਖਰਾ ਕਰਨ ਵਾਸਤੇ। ਤੇ ਜਿਹੜੇ ਫਿਰ ਖੋਟ ਰਹਿ ਜਾਂਦੀ ਹੈ, ਉਹ ਗੁਰੂ ਸਾਹਿਬ ਦੀ ਦਰਗਾਹ ਦੇ ਅੰਦਰੋਂ, ਵਾਹਿਗੁਰੂ ਦੇ ਦਰਬਾਰ ਦੇ ਅੰਦਰੋਂ, ਸੱਚਖੰਡ ਦੇ ਅੰਦਰੋਂ
ਉਹ ਨਹੀਂ ਉੱਥੇ ਪ੍ਰਵਾਨ ਚੜ੍ਹਦੇ। ਖੋਟੇ ਕਿਵੇਂ ਪ੍ਰਵਾਨ ਚੜ੍ਹ ਸਕਦੇ ਆ? ਮਹਾਰਾਜ ਕਹਿੰਦੇ ਸੱਚੀ ਦਰਗਾਹ ਦੇ ਅੰਦਰੋਂ ਉਹਨਾਂ ਨੂੰ ਬਾਹਰ ਸਿੱਟਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜੂਰ ਆਗਰੇ ਆਏ ਆ ਨਾ, ਬਹਾਦਰ ਸ਼ਾਹ ਵੀ ਆਗਰੇ ਆ ਗਿਆ ਸੀ ਤੇ ਇਹਨੂੰ ਰਾਜ ਭਾਗ ਮਹਾਰਾਜ ਦਿੱਤਾ ਹੈ ਤੇ ਬੜਾ ਇਹ ਗੁਰੂ ਸਾਹਿਬ ਦਾ ਜਿਹੜਾ ਹੈ ਅਨੁਸਾਰੀ ਹੋ ਕਰਕੇ ਰਹਿੰਦਾ ਹੈ ਬਹਾਦਰ ਸ਼ਾਹ। ਸਤਿਗੁਰੂ ਜੀ ਦੇ ਵੀ ਦਰਸ਼ਨ ਕਰਨ ਕਦੇ ਕਦੇ ਆ ਜਾਂਦਾ ਹੈ, ਕਦੇ ਮਹਾਰਾਜ ਜੀ ਨੂੰ ਬੜੇ ਪ੍ਰੇਮ ਨਾਲ ਬੁਲਾਵਾ ਭੇਜ ਕੇ ਆਪਣੇ ਦਰਬਾਰ ਵਿੱਚ ਵੀ ਸੱਦਦਾ ਹੈ। ਇੱਕ ਦਿਨ ਸੱਚੇ ਪਾਤਸ਼ਾਹ ਜੀ ਨੂੰ ਇਸ ਬੁਲਾਇਆ ਤੇ ਇਹ ਆਪਣੇ ਨਾ ਖਾਸ ਮੁਲਾਨਿਆਂ ਤੇ ਕਾਜ਼ੀਆਂ ਨਾਲ ਬੈਠਾ ਹੋਇਆ ਸੀ। ਜਦੋਂ ਗੁਰੂ ਸਾਹਿਬ ਉੱਥੇ ਗਏ ਐ, ਇਨ ਮਹਾਰਾਜ ਦਾ ਸਤਿਕਾਰ ਕੀਤਾ ਤੇ ਕਾਜ਼ੀਆਂ ਨਾਲ ਵਾਰਤਾਲਾਪ ਚੱਲ ਰਹੀ ਸੀ। ਇਹਦੇ ਕਾਜ਼ੀ ਕਹਿਣ ਲੱਗੇ ਕਿ ਬਾਦਸ਼ਾਹ ਜਿਹੜਾ ਸਾਡਾ ਕਲਮ ਹੈ ਨਾ, ਇਹਦੇ 'ਚ ਬੜਾ ਜ਼ੋਰ ਹੈ, ਮੁਹੰਮਦ ਸਾਹਿਬ ਨੇ ਬਹੁਤ ਇਹਦੇ 'ਚ ਸ਼ਕਤੀ ਪਾਈ ਹੈ, ਜੇ ਗੁਨਾਹ ਵੀ ਹੋਣ ਨਾ ਕੀਤੇ ਤੇ ਤਾਂ ਵੀ ਜੇ ਕਲਮਾ ਪੜ੍ਹਦਾ ਹੈ ਤੇ ਅੱਲਾ ਦੀ ਦਰਗਾਹ ਵਿੱਚ ਉਹ ਸਚਿਆਰ ਹੋਊਗਾ। ਤੇ ਇਹ ਕਾਜੀ ਲੋਕ ਜਿਹੜੇ ਖੁਸ਼ਾਮਦੀ ਹੁੰਦੇ, ਧਰਮ ਦੇ ਜਿਹੜਾ ਹੈ ਸਾਧ ਸੰਗਤ ਜੀ, ਉਹਨੂੰ ਕੀ ਹੈ ਕਿ ਸੱਚ ਦੀ ਗੱਲ ਕਰਨੀ ਚਾਹੀਦੀ ਹੈ, ਪਰ ਨੌਕਰੀ ਕਰਦੇ ਹੋਏ ਸੋਚਦੇ ਆ ਬਾਦਸ਼ਾਹ ਨੂੰ ਖੁਸ਼ ਕਰੀਏ, ਮੋਹਰਾਂ ਮਿਲਣਗੀਆਂ, ਸੱਚੀ ਗੱਲ ਕਾਹਨੂੰ ਦੱਸਣੀ ਹੈ। ਇਸੇ ਕਰਕੇ ਬਾਦਸ਼ਾਹ ਵਕਾਰੀ ਹੁੰਦੇ ਹੋਏ ਵੀ ਇਹੀ ਸੋਚੀ ਬੈਠੇ ਹੁੰਦੇ ਸੀ ਕਿ ਅੱਲਾ ਦੀ ਦਰਗਾਹ 'ਚ ਅਸੀਂ ਸੁਰਖਰੂ ਹੋਵਾਂਗੇ। ਇਹ ਕਾਜੀ ਪੜਦੇ ਪਾ ਛੱਡਦੇ ਸੀ ਉਹਨਾਂ ਦੇ ਮਨਾਂ ਤੇ। ਧਰਮੀ ਲੋਕ ਖੁਸ਼ਾਮਦੀ ਸੀ ਨਾ, ਤੇ ਇਹ ਉਹਨੂੰ ਜਦੋਂ ਕਾਜ਼ੀਆਂ ਨੇ ਇਉਂ ਕਿਹਾ ਬਹਾਦਰ ਸ਼ਾਹ ਨੂੰ, ਤੇ ਬਹਾਦਰ ਸ਼ਾਹ ਬੜਾ ਖੁਸ਼ ਸੀਗਾ ਕਿ ਬਈ ਕਲਮੇ 'ਚ ਵਾਕਈ ਬਹੁਤ ਜ਼ੋਰ ਹੈ ਮੁਹੰਮਦ ਸਾਹਿਬ ਦੇ ਕਲਮੇ 'ਚ। ਕੀ ਹੋਇਆ ਜੇ ਗੁਨਾਹ ਹੋ ਗਏ, ਕੀ ਹੋ ਗਿਆ ਜੇ ਪਾਪ ਹੋ ਗਏ, ਤੇ ਫਿਰ ਵੀ ਆਪਾਂ ਛੁੱਟੀ ਜਾਵਾਂਗੇ। ਜਦੋਂ ਫਿਰ ਮਹਾਰਾਜ ਜੀ ਆ ਕੇ ਸਜੇ, ਉਹਨ ਸਤਿਕਾਰ ਕੀਤਾ, ਹਜੂਰ ਬੈਠ ਗਏ, ਕਾਜੀ ਬੈਠ ਗਏ। ਕਹਿਣ ਲੱਗਾ ਕਿ ਮਹਾਰਾਜ ਸਾਡੀ ਇਹ ਵਿਚਾਰ ਚੱਲ ਰਹੀ ਸੀ, ਤੁਹਾਡਾ ਕੀ ਨਿਰਣਾ ਹੈ, ਤੁਸੀਂ ਵੀ ਆਪ ਦਾ ਨਿਰਣਾ ਦਿਓ। ਇਹ ਕਾਜੀ ਮਹਾਰਾਜ ਜਿਹੜੇ ਮੁਲਾਨੇ ਆ, ਇਹਨਾਂ ਨੇ ਇਹ ਗੱਲ ਕਹੀ ਹੈ। ਸਤਿਗੁਰੂ ਜੀ ਹੁਣ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਸੇ ਦੀ ਖੁਸ਼ਾਮਦੀ ਥੋੜੋ ਕਰਦੇ ਆ। ਹਜੂਰ ਤਾਂ ਸੱਚਾ ਬੋਲ ਮਹਾਰਾਜ ਕਹਿੰਦੇ ਆ ਸਤਿਗੁਰੂ ਜੀ, ਜੋ ਗੁਰੂ ਨਾਨਕ ਸਾਹਿਬ ਦੀ ਘਰ ਦੀ ਸਿੱਖਿਆ ਹੈ। ਤਾਂ ਸਾਧ ਸੰਗਤ ਜੀ ਉਹ ਸੱਚ ਬਾਤ ਮਹਾਰਾਜ ਸਾਹਿਬ ਜੀ ਨੇ ਫਿਰ ਦੱਸੀ। ਹਜੂਰ ਕਹਿੰਦੇ ਬਹਾਦਰ ਸ਼ਾਹ ਇਹ ਸਾਡੇ ਘਰ ਦਾ ਅਸੂਲ ਨਹੀਂ ਹੈ ਕਿ ਅੰਦਰ ਖੋਟ ਹੋਵੇ ਤੇ ਕਲਮੇ ਪੜਨ ਨਾਲ ਉਹਦੀ ਕਲਿਆਣ ਹੋ ਜਾਵੇ। ਨਹੀਂ, ਹਿਰਦੇ ਤੋਂ ਸਚਿਆਰ ਚਾਹੀਦਾ, ਉਹਦੇ ਹੀ ਪੜੇ ਕਲਮੇ ਜਿਹੜੇ ਆ ਫਿਰ ਪ੍ਰਵਾਨ ਚੜ੍ਹਦੇ ਆ, ਉਹ ਹੀ ਅੱਲਾ ਦੀ ਦਰਗਾਹ ਵਿੱਚ ਕਬੂਲ ਪੈਂਦਾ ਹੈ। ਕਹਿਣ ਲੱਗਾ ਮਹਾਰਾਜ ਮੇਰੇ ਕਾਜੀ ਵੇਖੋ ਇਹ ਦੱਸ ਰਹੇ ਆਏ ਧਰਮ ਦਾ ਵਿਵਸਥਾ ਦੱਸਣ ਵਾਲੇ ਸਾਰੇ। ਤੇ ਹਜੂਰ ਕਹਿੰਦੇ ਕਾਜ਼ੀਆਂ ਦੇ ਕਹਿਣ ਨਾਲ ਕੀ ਆ ਬਹਾਦਰ ਸ਼ਾਹ, ਪਰ ਅੱਲਾ ਦੀ ਦਰਗਾਹ ਵਿੱਚ ਜਿਹੜਾ ਨਾ ਉਹ ਸਚਿਆਰ ਪੁਰਖ ਹੀ ਪਹੁੰਚ ਸਕਦਾ ਜਿਹਦੇ ਅੰਦਰ ਵਕਾਰਾਂ ਦੀ ਖੋਟ ਨਾ ਹੋਵੇ। ਕਹਿਣ ਲੱਗੇ ਕਾਜੀ ਕਿ ਮਹਾਰਾਜ ਸਾਬਤ ਕਰਨਾ ਪਊਗਾ ਸਾਡੀ ਗੱਲ ਨੂੰ, ਤੁਸੀਂ ਸਾਡੇ ਮੁਹੰਮਦ ਸਾਹਿਬ ਦੇ ਕਲਮੇ ਨੂੰ ਚੁਣੌਤੀ ਦੇ ਰਹੇ ਆ। ਮਹਾਰਾਜ ਕਹਿੰਦੇ ਕਲਮੇ ਨੂੰ ਚੁਣੌਤੀ ਨਹੀਂ ਦੇ ਰਹੇ, ਜੇ ਕਲਮੇ ਦੀ ਕਹੀ ਹੋਈ ਗੱਲ ਹੀ ਨਹੀਂ ਕਮਾ ਰਹੇ ਤੇ ਕਲਮਾ ਪੜਿਆ ਕੀ ਕਰੂਗਾ। ਮਹਾਰਾਜ ਦੀ ਦਿੱਤੀ ਹੋਈ ਗੁਰਬਾਣੀ ਦੀ ਸਿੱਖਿਆ ਨੂੰ ਅਸੀਂ ਧਾਰਨੀ ਨਹੀਂ ਕਰਦੇ ਤੇ ਮੂੰਹ ਤੋਂ ਪੜੀ ਜਾਂਦੇ ਆ ਤੇ ਅੰਦਰ ਖੋਟ ਵਕਾਰ ਛੱਡਦੇ ਹੀ ਨਹੀਂ। ਜੇ ਨਹੀਂ ਛੁੱਟਦੇ ਤੇ ਮਹਾਰਾਜ ਦੇ ਅੱਗੇ ਅਰਦਾਸ ਕਰੀਏ, ਲਿਲਕੜੀਆਂ ਲਈਏ, ਮਹਾਰਾਜ ਸਾਨੂੰ ਰਾਹ ਪਾਓ। ਉਹਨੂੰ ਤਾਂ ਭਾਈ ਜਿਹੜਾ ਪਰ ਜਾਣ ਬੁੱਝ ਕੇ ਕਰੀ ਵੀ ਜਾਵੇ ਤੇ ਫਿਰ ਅੰਦਰ ਖੋਟ ਜਿਹੜੀ ਆ ਉਹਨੂੰ ਧੋਣ ਦਾ ਯਤਨ ਹੀ ਨਾ ਕਰੇ। ਤੇ ਸਤਿਗੁਰੂ ਜੀ ਕਹਿੰਦੇ ਉਹ ਕਿਵੇਂ ਭਾਈ ਅੱਲਾ ਦੀ ਦਰਗਾਹ 'ਚ ਕਬੂਲ ਪੈ ਜਾਏਗਾ। ਇਹ ਕਹਿਣ ਲੱਗੇ ਮਹਾਰਾਜ ਸਾਬਤ ਕਰੋ ਜਾਂ ਤਾਂ ਫਿਰ। ਸਤਿਗੁਰੂ ਜੀ ਕਹਿੰਦੇ ਸਾਬਤ ਕਰ ਦਿੰਨੇ ਆ। ਮਹਾਰਾਜ ਕਹਿੰਦੇ ਕੋਈ ਲਿਆਓ ਤੁਹਾਡਾ ਨੌਕਰ ਹੈ, ਕਹਿੰਦੇ ਹਾਂ ਮਹਾਰਾਜ ਬੁਲਾ ਦਿੰਨੇ ਆ। ਉਸੇ ਸਮੇਂ ਬੁਲਾਇਆ। ਹਜੂਰ ਨੇ ਆਪ ਦੇ ਖੀਸੇ 'ਚੋਂ ਨਾ ਇੱਕ ਮੋਹਰ ਕੱਢੀ। ਮਹਾਰਾਜ ਕਹਿੰਦੇ ਬਈ ਲੈ ਇਸ ਮੋਹਰ ਦਾ ਬਾਜ਼ਾਰ 'ਚੋਂ ਕੁਝ ਵੀ ਖਰੀਦ ਲਿਆ। ਤੇ ਉਹ ਲੈ ਗਿਆ। ਜਦੋਂ ਲੈ ਕੇ ਗਿਆ ਤੇ ਕਈ ਚਿਰ ਬਾਅਦ ਮੁੜ ਕੇ ਆਇਆ, ਉਹਨੇ ਮੋਹਰ ਲਿਆ ਕੇ ਫਿਰ ਅੱਗੇ ਰੱਖਤੀ। ਮਹਾਰਾਜ ਕਹਿੰਦੇ ਕੀ ਗੱਲ ਭਾਈ ਖਰੀਦ ਕੇ ਨਹੀਂ ਇਸ ਮੋਹਰ ਦਾ ਲਿਆਇਆ। ਉਹ ਕਹਿਣ ਲੱਗਾ ਮਹਾਰਾਜ ਬਾਦਸ਼ਾਹ ਨੇ ਵੀ ਪੁੱਛਿਆ ਵੀ ਤੂੰ ਕੁਝ ਲਿਆਂਦਾ ਨਹੀਂ ਇਸ ਦਾ ਖਰੀਦ ਕੇ। ਕਹਿਣ ਲੱਗਾ ਬਾਦਸ਼ਾਹ ਸਲਾਮਤ ਇਹ ਮੋਹਰ ਖੋਟੀ ਏ, ਜਿਹਦੇ ਵੀ ਦੁਕਾਨਦਾਰ ਦੇ ਮੈਂ ਅੱਗੇ ਰੱਖਦਾ ਉਹ ਚਲਾ ਕੇ ਬਾਹਰ ਮਾਰਦਾ ਤੇ ਫਿਰ ਮੈਨੂੰ ਚੁੱਕ ਕੇ ਅਗਲੀ ਦੁਕਾਨ ਤੇ ਜਾਣਾ ਪੈਂਦਾ। ਜਦੋਂ ਉਹਨੂੰ ਅੱਗੇ ਧਰਦਾ ਸੌਦਾ ਤਾਂ ਕੱਢ ਦਿੰਦਾ,
ਪਰ ਜਦੋਂ ਮੋਹਰ ਅੱਗੇ ਧਰਦਾ ਕਹਿੰਦਾ ਚੱਲ ਚੱਲ ਆਪਣਾ ਕੰਮ ਕਰ, ਜਾ ਕੇ ਸੁੱਟਦਾ ਪਰਾਂ ਤੇ ਫਿਰ ਮੈਨੂੰ ਚੁੱਕ ਕੇ ਅੱਗੇ ਤੁਰਨਾ ਪੈਂਦਾ, ਇਸ ਕਰਕੇ ਮੈਂ ਫਿਰ ਤੁਰ ਕੇ ਆ ਗਿਆ ਤੇ ਇਹਦਾ ਕੱਖ ਨਹੀਂ ਮਿਲਦਾ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਆ ਮੋਹਰ ਵੇਖ ਜਰਾ। ਉਹਨੇ ਵੇਖੀ। ਮਹਾਰਾਜ ਉਹ ਜਿਹੜੀ ਮੁਗਲ ਬਾਦਸ਼ਾਹਾਂ ਦੇ ਸਮੇਂ ਮੋਹਰਾਂ ਚੱਲਦੀਆਂ ਸੀ ਨਾ, ਉਹਨਾਂ ਉੱਤੇ ਕਲਮੇ ਲਿਖੇ ਹੁੰਦੇ ਸੀ ਤੇ ਉਸ ਮੋਹਰ ਦੇ ਉੱਤੇ ਕਲਮਾ ਲਿਖਿਆ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਰਾਜ ਤੇਰਾ ਹੀ ਹੈ ਨਾ? ਕਿ ਹਾਂ ਮਹਾਰਾਜ ਰਾਜ ਤਾਂ ਮੇਰਾ ਹੀ, ਤੁਸਾਂ ਬਖਸ਼ਿਆ ਚੱਲ ਰਿਹਾ। ਸਤਿਗੁਰੂ ਜੀ ਕਹਿੰਦੇ ਰਾਜ ਤੇਰਾ ਹੈ, ਕਲਮਾ ਲਿਖਿਆ ਉੱਪਰ, ਪਰ ਇੱਥੇ ਦੁਕਾਨਾਂ ਦੇ ਉੱਤੇ ਜੇ ਸਿੱਕਾ ਨਹੀਂ ਚੱਲਿਆ। ਦੱਸ ਮਹਾਰਾਜ ਕਹਿੰਦੇ ਅੱਲਾ ਦੀ ਦਰਗਾਹ ਦੇ ਅੰਦਰ ਖੋਟਾ ਬੰਦਾ ਚੱਲ ਜਾਏਗਾ? ਉੱਥੇ ਖੋਟ ਵਾਲਾ ਖੁਟਿਆਈ ਵਾਲਾ ਅੱਲਾ ਦੀ ਦਰਗਾਹ 'ਚ ਕਬੂਲ ਪੈ ਜਾਏਗਾ? ਬਹਾਦਰ ਸ਼ਾਹ ਨੇ ਸਜਦਾ ਕੀਤੀ ਸੱਚੇ ਪਾਤਸ਼ਾਹ ਨੂੰ। ਮਹਾਰਾਜ ਕਹਿੰਦੇ ਤੇਰੇ ਮੁਲਾਨੇ ਝੂਠ ਬੋਲਦੇ ਆਏ, ਇਹ ਖੁਸ਼ਾਮਦੀ ਹੈ, ਇਹ ਤੇਰੇ ਕੋਲੋਂ ਮਾਇਆ ਮੋਹਰਾਂ ਲੈਣ ਦੇ ਲਾਲਚੀ ਐ, ਇਸ ਕਰਕੇ ਤੈਨੂੰ ਕਹਿੰਦੇ ਜਿੰਨੇ ਮਰਜ਼ੀ ਗੁਨਾਹ ਕਰ, ਕਲਮਾ ਪੜ੍ਹ ਲਿਆ ਕਰ, ਬਸ ਉੱਥੇ ਛੁਟਕਾਰਾ ਹੋ ਜਾਏਗਾ। ਮਹਾਰਾਜ ਕਹਿੰਦੇ ਉਹ ਨਹੀਂ ਛੁਟਕਾਰਾ ਹੋਣਾ, ਜੋ ਕਲਮਾ ਕਹਿੰਦਾ ਉਹਨੂੰ ਕਮਾ। ਜੋ ਤੇਰਾ ਕਲਮੇ ਵਿੱਚ ਉਪਦੇਸ਼ ਹੈ ਨਾ, ਉਹਨੂੰ ਧਾਰਨ ਕਰ, ਗੁਨਾਹਾਂ ਤੋਂ ਤੌਬਾ ਕਰ, ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਤੇ ਸਚਿਆਰ ਬਣਾ ਆਪਣੇ ਹਿਰਦੇ ਨੂੰ। ਫਿਰ ਮਹਾਰਾਜ ਕਹਿੰਦੇ ਕਬੂਲ ਪਵੇਂਗਾ, ਨਹੀਂ ਤੇ ਝੂਠਾ ਬੰਦਾ ਨਹੀਂ ਮਹਾਰਾਜ ਕਹਿੰਦੇ ਭਾਈ ਕਬੂਲ ਪੈਂਦਾ। ਹਜੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਖੋਟੇ ਸੱਚੀ ਦਰਗਾਹ ਸੁੱਟੀ ਹੈ, ਕਿ ਜਿਹੜੇ ਖੋਟੇ ਆ ਨਾ ਮਹਾਰਾਜ ਕਹਿੰਦੇ ਉਹ ਸੱਚੀ ਦਰਗਾਹ ਦੇ ਅੰਦਰੋਂ ਸੁੱਟੇ ਜਾਂਦੇ ਆ। ਮਹਾਰਾਜ ਕਹਿੰਦੇ ਸਰੇਵੜੇ ਵਰਗੇ ਇੱਥੇ ਤਾਂ ਬੜਾ ਪ੍ਰਤਾਪ ਦਿਖਾ ਰਹੇ ਭਾਈ ਮਰਦਾਨਿਆਂ, ਪਰ ਪਰਮੇਸ਼ਰ ਦੀ ਦਰਗਾਹ ਵਿੱਚੋਂ ਇਹ ਬਾਹਰ ਹੀ ਸਿੱਟੇ ਜਾਂਦੇ ਆ। ਤਾਂਤਰਿਕ ਜਿਹੜੇ ਆ ਉੱਥੇ ਨਹੀਂ ਇਹ ਕਬੂਲ ਪੈਂਦੇ, ਇੱਥੇ ਜੰਤਰ ਮੰਤਰ ਕਰਕੇ ਦੁਨੀਆ ਮਗਰ ਲਾਈ ਫਿਰਦੇ ਆ। ਪਰ ਮਹਾਰਾਜ ਕਹਿੰਦੇ ਭਾਈ ਸੱਚੀ ਦਰਗਾਹ ਦੇ ਅੰਦਰੋਂ ਸੱਚਖੰਡ ਚੋਂ ਇਹੋ ਜਿਹਿਆਂ ਨੂੰ ਬਾਹਰ ਸਿੱਟਿਆ ਜਾਂਦਾ ਹੈ, ਉੱਥੇ ਕਬੂਲ ਨਹੀਂ ਪੈਂਦੇ ਹਨ। ਕਿਸ ਆਗਾ ਕਰਹਿ ਪੁਕਾਰ, ਫਿਰ ਕਿਹਦੇ ਅੱਗੇ ਪੁਕਾਰ ਕਰਨਗੇ? ਧਰਮ ਰਾਜਾ ਵੀ ਕਹਿੰਦਾ ਹੁਣ ਕੀ ਕਰਾਂ, ਮੈਂ ਪੁਕਾਰ ਨਹੀਂ ਸੁਣ ਸਕਦਾ ਨਾ, ਮੈਂ ਤਾਂ ਸਜ਼ਾ ਦੇਣ ਨੂੰ ਬੈਠਾ ਹਾਂ, ਮੈਂ ਤਾਂ ਹੁਕਮ ਹੀ ਸੁਣਾ ਸਕਦਾ ਬਸ। ਮਹਾਰਾਜ ਕਹਿੰਦੇ ਭਾਈ ਇੱਥੇ ਪੁਕਾਰ ਕਰਨੀ ਚਾਹੀਦੀ ਹੈ ਨਾ ਪਰਮੇਸ਼ਰ ਦੇ ਅੱਗੇ, ਪੂਰੇ ਗੁਰੂ ਜੀ ਦੇ ਅੱਗੇ। ਹਜੂਰ ਕਹਿੰਦੇ ਫਿਰ ਮਾਲ ਖਾਂਦਾ ਜੀਵ ਨਰਕਾਂ ਦੇ ਅੰਦਰ, ਉਹ ਖੁਟਿਆਈ ਕੱਢਦੇ, ਫਿਰ ਕਹਿੰਦੇ ਵੀ ਆਹ ਖੋਟੇ ਕਰਮ ਤਾਂ ਕੀਤੇ ਐ। ਮਹਾਰਾਜ ਕਹਿੰਦੇ ਭਾਈ ਉਹ ਪਾਪਾਂ ਦੀ ਮੈਲ ਜਿਹੜੀ ਹੈ ਤੇ ਇਸ ਪ੍ਰਕਾਰ ਵਕਾਰਾਂ ਦੀ ਮੈਲ ਜਿਹੜੀ, ਉਹਦੇ ਕਰਕੇ ਹਜੂਰ ਕਹਿੰਦੇ ਮਾਰ ਖਾਣੀ ਪੈਂਦੀ ਹੈ। ਕਿਹਦੇ ਅੱਗੇ ਫਿਰ ਪੁਕਾਰ ਕਰਨ? ਪੁਕਾਰਾਂ ਵੀ ਕੋਈ ਨਹੀਂ ਉਹਨਾਂ ਦੀਆਂ ਸੁਣਦਾ। ਸਤਿਗੁਰ ਪਿਛੈ ਭਜ ਪਵਹਿ, ਮਹਾਰਾਜ ਕੀ ਕਰੀਏ, ਸਾਡੇ ਵੀ ਚਿੱਤ ਤਾਂ ਖੋਟੇ ਹੀ ਹੈ। ਸੱਚੇ ਪਾਤਸ਼ਾਹ ਅੰਦਰ ਵਕਾਰਾਂ ਦੀ ਮੈਲ ਇਹ ਮਹਾਰਾਜ ਸਾਡਾ ਖਹਿੜਾ ਨਹੀਂ ਛੱਡਦੀ। ਹਜੂਰ ਕਹਿੰਦੇ ਸਤਿਗੁਰ ਪਿੱਛੇ ਭੱਜ ਪਵੇ, ਸਤਿਗੁਰੂ ਜੀ ਦੇ ਪਿੱਛੇ ਭੱਜ ਕੇ ਦੌੜ ਕੇ ਪੈ ਜਾਵੇ। ਜਿਵੇਂ ਜੰਗਲ 'ਚ ਅੱਗ ਲੱਗੀ ਹੋਵੇ ਨਾ, ਤੇ ਅੱਗ ਤੋਂ ਬਚਣ ਲਈ ਭੱਜ ਕੇ ਪਾਣੀ ਦੇ ਤਲਾਵਾਂ 'ਚ ਆਣ ਵੜਦੇ ਆ ਜਿਹੜੇ ਜਾਨਵਰ ਹੁੰਦੇ ਆ। ਇਉਂ ਸਾਧ ਸੰਗਤ ਜੀ, ਇਹ ਕਲਯੁਗ ਦੇ ਵਿੱਚ 4 ਚੁਫੇਰੇ ਅੱਗ ਹੀ ਲੱਗੀ ਹੈ। ਸਤ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ ਨਾ, ਇਹ ਜਲ ਦਾ ਸਰੋਵਰ ਹੈ। ਭੱਜ ਕੇ ਮਹਾਰਾਜ ਦੇ ਚਰਨਾਂ ਦੀ ਸ਼ਰਨ ਵਿੱਚ ਆ ਜੇ, ਮਹਾਰਾਜ ਦੀ ਸਤ ਸੰਗਤ ਰੂਪੀ ਸ਼ਰਨ ਵਿੱਚ ਆ ਜਾਵੇ, ਤੇ ਜਿਹੜੇ ਫਿਰ ਸਤਿਗੁਰੂ ਦੇ ਨਾਮ ਰੂਪੀ ਸ਼ਰਨ 'ਚ ਆ ਜਾਂਦੇ ਆ, ਪ੍ਰਤੱਖ ਹੀ ਅੰਮ੍ਰਿਤ ਛਕ ਕੇ ਸਤਿਗੁਰਾਂ ਜੀ ਦੀ ਸ਼ਰਨ ਲੈ ਲੈਂਦੇ ਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸ਼ਰਨ ਲੈ ਲੈਂਦੇ ਆ, ਨਿਰੰਕਾਰ ਦੀ ਸ਼ਰਨ ਲੈ ਲੈਂਦੇ ਆ। ਮਹਾਰਾਜ ਕਹਿੰਦੇ ਭਾਈ ਭੱਜ ਕੇ ਕੀ ਪੈਣਾ, ਹੁਣੇ ਹੀ, ਇਸੇ ਵੇਲੇ ਹੀ, ਉਸੇ ਵੇਲੇ ਮਹਾਰਾਜ ਕਹਿੰਦੇ ਭਾਈ ਗੁਰੂ ਜੀ ਦੀ ਸਿੱਖਿਆ ਨੂੰ ਕਬੂਲ ਕਰ ਲੈ। ਹੱਥ ਜੋੜ ਕੇ ਮਹਾਰਾਜ ਨੂੰ ਆਖੇ ਮਹਾਰਾਜ ਮੈਂ ਭੁੱਲ ਗਿਆ, ਮਾਫ ਕਰ ਦਿਓ ਮਹਾਰਾਜ, ਆਪ ਦੀ ਸਿੱਖਿਆ ਨਾਲ ਜੋੜ ਲਓ। ਸਤਿਗੁਰੂ ਜੀ ਕਹਿੰਦੇ ਭਾਈ ਇਹ ਮਨੁੱਖਾ ਜਨਮ ਦੇ ਅੰਦਰ ਭੱਜ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਚਲਿਆ ਜਾਵੇ। ਇਹਾ ਕਰਨੀ ਸਾਰ, ਇਹੀ ਮਹਾਰਾਜ ਕਹਿੰਦੇ ਭਾਈ ਜਿਹੜੀ ਕਰਨੀ ਹੈ ਨਾ, ਕਰਤੂਤ ਸਾਰ ਹੈ, ਸ੍ਰੇਸ਼ਟ ਹੈ। ਇਹੀ ਕਰਮ ਸਭ ਤੋਂ ਉੱਤਮ ਹੈ। ਕਲਯੁਗ ਦੇ ਅੰਦਰ ਮਹਾਰਾਜ ਦੀ ਸ਼ਰਨ ਹੀ ਛੁਡਾ ਸਕਦੀ ਹੈ। ਸਤਿਗੁਰੂ ਜੀ ਨੂੰ ਸ਼ਰਨ ਪਏ ਦੀ ਫਿਰ ਲਾਜ ਹੈ ਨਾ, ਇਸ ਕਰਕੇ ਮਹਾਰਾਜ ਫਿਰ ਖੁਟਿਆਈ ਕੱਢ ਦਿੰਦੇ ਸੱਚੇ ਪਾਤਸ਼ਾਹ। ਆਪਣੀ ਪ੍ਰੀਤ ਰੂਪੀ ਸੁਹਾਗਾ ਪਾ ਕੇ ਮਹਾਰਾਜ ਸਾਰੀ ਮੈਲ ਕੱਢ ਦਿੰਦੇ ਅੰਦਰੋਂ, ਉੱਥੇ ਫਿਰ ਪ੍ਰੀਤ ਹੀ ਪ੍ਰੀਤ ਰਹਿ ਜਾਂਦੀ ਹੈ। ਇਹ ਤਾਂ ਸਤਿਗੁਰੂ ਜੀ ਦੀ ਦਇਆ ਹੈ ਨਾ, ਜਦੋਂ ਮਹਾਰਾਜ ਨੂੰ ਪੈ ਜੇ, ਪਰ ਮਹਾਰਾਜ ਦਾ ਦਰ ਨਾ ਛੱਡੇ ਕਦੇ ਵੀ। ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਕਿ ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੈ। ਮਹਾਰਾਜ ਦਾ ਦਰ ਨਾ ਕਦੇ ਛੱਡੇ। ਮਹਾਰਾਜ ਤੇਰੇ ਮੰਗਤੇ ਆ ਕਿੱਥੇ ਜਾਈਏ,
ਸੋਰ ਮਹਾਰਾਜ ਸਾਨੂੰ ਕੋਈ ਥਾਂ ਨਹੀਂ। ਇਉਂ ਮਹਾਰਾਜ ਕਹਿੰਦੇ ਭਾਈ ਭੱਜ ਕੇ ਹੀ ਪੈ ਜਾਵੇ, ਇਹੀ ਕਰਨੀ ਜਿਹੜੀ ਹੈ ਨਾ ਉਹ ਉੱਤਮ ਹੈ। ਇਹ ਕਾਰਜ ਮਹਾਰਾਜ ਕਹਿੰਦੇ ਸਭ ਤੋਂ ਸਾਰ ਸ੍ਰੇਸ਼ਟ ਹੈ। ਸਤਿਗੁਰ ਖੋਟਿਓ ਖਰੇ ਕਰੇ। ਫਿਰ ਸਤਿਗੁਰੂ ਜੀ ਕੀ ਕਰਦੇ ਆ? ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਆਪਦੇ ਗਿਆਨ ਦਾ ਤਾਉ ਦੇ ਕਰਕੇ, ਆਪਦੇ ਪਰਖ ਦਾ ਤਾ ਦੇ ਕਰਕੇ ਸੱਚੇ ਪਾਤਸ਼ਾਹ ਜੀ ਖੋਟੇ ਤੋਂ ਮਹਾਰਾਜ ਖਰੇ ਕਰ ਲੈਂਦੇ ਆ। ਕਿੱਥੇ ਸਾਧ ਸੰਗਤ ਜੀ ਉਹ ਜਦੋਂ ਕੋਈ ਮੋਹਰ ਨਹੀਂ ਹੁੰਦੀ ਤੇ ਰੁਪਈਆ ਖੋਟਾ ਹੁੰਦਾ, ਚੱਲਦਾ ਹੀ ਨਹੀਂ, ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਮਹਾਰਾਜ ਆਪਦੀ ਸਿੱਖੀ ਦੀ ਮੋਹਰ ਲਾ ਦਿੰਦੇ। ਮਹਾਰਾਜ ਸਾਹਿਬ ਜੀ ਆਪਦੇ ਪਿਆਰ ਦੀ ਮੋਹਰ ਸਤਿਗੁਰੂ ਜੀ ਲਾ ਲੈਂਦੇ ਆ। ਮਹਾਰਾਜ ਫਿਰ ਖੋਟੇ ਤੋਂ ਖਰਾ ਕਰ ਲੈਂਦੇ ਆ। ਕਿੰਨਿਆਂ ਖੋਟਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖਰੇ ਕੀਤੇ। ਜਿਹੜੇ ਸਾਧ ਸੁਹਾਗਣ ਵਰਗੇ ਵਕਾਰਾਂ 'ਚ ਹੀ ਲੱਗੇ ਹੋਏ ਸੀਗੇ, ਬਾਹਰੋਂ ਭੇਖ ਦਿਖਾਉਂਦੇ ਸੀ, ਸੱਚੇ ਪਾਤਸ਼ਾਹ ਜੀ ਮਹਾਰਾਜ ਉਹ 100 ਸੁਹਾਗਣ ਨੂੰ ਵੀ ਗਰੀਬ ਨਵਾਜ ਗਿਆਨ ਬਖਸ਼ਿਸ਼ ਕਰ ਦਿੱਤਾ। ਮਹਾਰਾਜ ਖੋਟਿਆਂ ਤੋਂ ਖਰੇ ਕਰ ਲਏ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਇਹੋ ਜਿਹੇ ਜਿਹੜੇ ਸੰਸਾਰ ਦੇ ਵਕਾਰਾਂ ਦੇ ਅੰਦਰ ਇਸ ਖੁੱਬਣ ਵਿੱਚ ਖੁੱਬੇ ਹੋਏ ਸੀਗੇ, ਖੋਟੇ ਸਿੱਕੇ ਸੀ, ਮਨ ਇਹੋ ਜਿਹੇ ਸੀਗੇ, ਕਿਧਰੇ ਵੀ ਨਹੀਂ ਲੱਗਦਾ ਸੀ ਮਨ, ਬੇਚੈਨੀ, ਹਰ ਵੇਲੇ ਚਿੰਤਾ। ਸਤਿਗੁਰਾਂ ਜੀ ਨੇ ਖਰੇ ਕਰ ਦਿੱਤੇ, ਪਰਮੇਸ਼ਰ ਦਾ ਰਸ ਲਾ ਦਿੱਤਾ, ਪਿਆਰ ਦਾ, ਉਹਨਾਂ ਨੂੰ ਬ੍ਰਹਮਾ ਆਨੰਦ ਨਾਲ ਨਿਹਾਲ ਕਰ ਦਿੱਤੇ। ਇਹ ਸਤਿਗੁਰੂ ਵਿੱਚ ਕਲਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਹੀ ਖੋਟਿਆਂ ਨੂੰ ਮਹਾਰਾਜ ਖਰੇ ਕਰ ਸਕਦੇ ਆ। ਮਹਾਰਾਜ ਦੇ ਅੱਗੇ ਬੇਨਤੀ ਕਰੀਏ, ਮਹਾਰਾਜ ਖਰੇ ਤਾਂ ਹੈ ਨਹੀਂ, ਖੋਟੇ ਆ ਮਹਾਰਾਜ, ਪਰ ਤੁਹਾਨੂੰ ਇਹ ਮਹਾਰਾਜ ਸੱਚੇ ਪਾਤਸ਼ਾਹ ਲਾਜ ਆ ਨਾ, ਤੁਹਾਡੇ ਬਣ ਗਏ ਆ ਮਹਾਰਾਜ ਜੀ। ਇਸ ਕਰਕੇ ਗਰੀਬ ਨਵਾਜ ਸਾਨੂੰ ਵੀ ਖੋਟਿਆਂ ਤੋਂ ਖਰੇ ਕਰ ਲਓ। ਸਤਿਗੁਰੂ ਜੀ ਹੀ ਖੋਟਿਆਂ ਤੋਂ ਖਰੇ ਕਰ ਸਕਦੇ। ਜਿਵੇਂ ਅੰਮ੍ਰਿਤ ਛਕਾ ਕੇ ਮਹਾਰਾਜ ਨੇ ਕਿਹੋ ਜੇ ਖੋਟਿਆਂ ਤੋਂ ਖਰੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤੇ। ਸ਼ਬਦ ਸਵਾਰਣ ਹਾਰ। ਇਹ ਸ਼ਬਦ ਦੀ ਕਲਾ ਹੈ ਮਹਾਰਾਜ ਕੋਲ, ਸਤਿਗੁਰੂ ਜੀ ਕੋਲ ਸ਼ਬਦ ਦੀ ਦਾਤ ਹੈ। ਸ਼ਬਦ ਦੇ ਕਰਕੇ ਮਹਾਰਾਜ ਸਵਾਰਣ ਹਾਰ, ਸਵਾਰ ਲੈਂਦੇ ਆ ਸ਼ੁਭ ਗੁਣਾਂ ਨਾਲ, ਸ਼ਿੰਗਾਰ ਦਿੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ। ਕਿੱਥੇ ਮਨ ਵਿਕਾਰੀ ਔਗਣਾਂ ਦਾ ਭਰਿਆ ਹੋਇਆ, ਤੇ ਕਿੱਥੇ ਫਿਰ ਸਾਧ ਸੰਗਤ ਜੀ ਇੰਨੇ ਗੁਣ ਆ ਜਾਂਦੇ ਆ। ਸੱਚੇ ਪਾਤਸ਼ਾਹ ਜੀ ਦੀ ਪ੍ਰੀਤ ਵਿੱਚ ਹਿਰਦਾ ਭਿੱਜ ਜਾਂਦਾ ਹੈ। ਮਹਾਰਾਜ ਜੀ ਸ਼ਬਦ ਦੀ ਬਰਕਤ ਦੇ ਕਰਕੇ, ਸ਼ਬਦ ਦਾ ਪ੍ਰਸਾਦ ਦੇ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਸਵਾਰ ਲੈਂਦੇ ਆ। ਮਹਾਰਾਜ ਖੋਟ ਕੱਢ ਦਿੰਦੇ ਸਾਰੀ ਸੱਚੇ ਪਾਤਸ਼ਾਹ ਜੀ। ਇਉਂ ਸਤਿਗੁਰੂ ਜੀ ਟਕਸਾਲ ਦੀ ਨਿਆਈ ਹੈ। ਘੜੀਆ ਸ਼ਬਦ ਸੱਚੀ ਟਕਸਾਲੀ। ਮਹਾਰਾਜ ਸੱਚੇ ਪਾਤਸ਼ਾਹ ਰੂਪੀ ਟਕਸਾਲ ਦੇ ਅੰਦਰ ਜਿਹੜਾ ਸਿੱਕਾ ਆ ਕੇ ਪੈ ਜਾਂਦਾ, ਉੱਥੇ ਫਿਰ ਟਕਸਾਲ ਕੀ ਹੁੰਦੀ ਆ? ਉਹ ਮੋਹਰ ਲੱਗ ਜਾਂਦੀ ਰੁਪਈਏ ਉੱਤੇ, ਜਿਹਦੇ ਉੱਤੇ ਲਿਖਿਆ ਹੁੰਦਾ ਇਹਨਾਂ ਨੇ ਭਾਰਤ ਗਣਰਾਜਿਆ ਤੇ ਸਤਿਅਮੇਵ ਜਾਇਤੇ ਲਿਖਿਆ ਹੁੰਦਾ, ਪਰ ਸਤਿਅਮੇਵ ਜਾਇਤੇ ਮੰਨਦੇ ਕਿੱਥੇ ਆਏ? ਇਹ ਮੋਹਰ ਲੱਗੀ ਕਰਕੇ ਰੁਪਈਆ ਚੱਲਦਾ ਨਾ ਇਹਨਾਂ ਦਾ। ਤੇ ਜਦੋਂ ਸਤਿਗੁਰੂ ਰੂਪੀ ਟਕਸਾਲ ਦੇ ਵਿੱਚ ਪੈ ਜਾਂਦਾ ਹੈ, ਸਤਿਗੁਰੂ ਜੀ ਗਰੀਬ ਨਵਾਜ ਆਪਦੀ ਸਿੱਖੀ ਦੀ ਮੋਹਰ ਲਾ ਦਿੰਦੇ ਆ। ਮਹਾਰਾਜ ਸਾਹਿਬ ਜੀ ਆਪਦੇ ਅੰਮ੍ਰਿਤ ਛਕੇ ਦੇ 5 ਕਕਾਰਾਂ ਦੀ ਮੋਹਰ ਲਾ ਦਿੰਦੇ ਆ। ਹਿਰਦੇ ਦੇ ਅੰਦਰ ਸੱਚੇ ਨਾਮ ਦੀ ਸ਼ਬਦ ਦੀ ਮੋਹਰ ਮਹਾਰਾਜ ਲਾ ਦਿੰਦੇ ਆ। ਤੇ ਫਿਰ ਸਾਧ ਸੰਗਤ ਜੀ ਜਿੱਥੇ ਮੋਹਰ ਲੱਗੀ ਹੋਵੇ ਬਾਦਸ਼ਾਹ ਦੀ, ਉਹਨੂੰ ਕੌਣ ਪੁੱਛਦਾ? ਫਿਰ ਉਹ ਸਭ ਥਾਵਾਂ ਤੇ ਚੱਲਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਮੋਹਰ ਜਿਨ੍ਹਾਂ ਉੱਤੇ ਸ਼ਬਦ ਦੀ ਲੱਗ ਜਾਂਦੀ ਹੈ ਨਾ, ਉਹ ਸਾਧ ਸੰਗਤ ਜੀ ਪ੍ਰਵਾਨ ਚੜ੍ਹਦੇ ਆ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਾ ਕਿ ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਉੱਥੇ ਫਿਰ ਲੱਗੀ ਹੋਈ ਮੋਹਰ ਜਿਹੜੀ ਹੈ ਪਹਿਚਾਨ ਦਿਖਾਉਂਦੀ ਹੈ। ਉਹ ਫਿਰ ਧਰਮ ਰਾਜੇ ਵਰਗੇ ਵੀ ਕਹਿੰਦੇ ਮਹਾਰਾਜ ਤੁਸੀਂ ਇੱਥੇ ਕੀ ਕਰਨ ਆਏ ਹੋ? ਉਹ ਕਹਿੰਦੇ ਸੈਰ ਕਰਨ ਆਏ ਸੀ, ਵੇਖਣ ਆਏ ਸਾਂ। ਧਰਮ ਰਾਜਾ ਵੀ ਉੱਠ ਕੇ ਹੱਥ ਜੋੜ ਕੇ ਖਲੋ ਜਾਂਦਾ। ਜਿਵੇਂ ਅਫਸਰ ਨੂੰ ਸਲੂਟ ਮਾਰਦੇ ਆ ਨਾ ਸਾਰੇ ਛੋਟੇ ਅਫਸਰ, ਧਰਮ ਰਾਜੇ ਵੀ ਵਰਗੇ ਉੱਠ ਕੇ ਹੱਥ ਜੋੜਦੇ ਆ, ਸਲਾਮਾਂ ਕਰਦੇ ਆ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਸ਼ਬਦ ਦੀ ਤਾਕਤ ਹੈ। ਗੁਰੂ ਸਾਹਿਬ ਸ਼ਬਦ ਦੇ ਦਾਤੇ ਹੈ। ਮਹਾਰਾਜ ਸਾਹਿਬ ਜੀ ਆਪਦੇ ਸ਼ਬਦ ਦੀ ਦਾਤ ਦੇ ਕਰਕੇ ਮਹਾਰਾਜ ਸਵਾਰ ਲੈਂਦੇ ਆ, ਸਾਰੀ ਖੁਟਿਆਈ ਅੰਦਰੋਂ ਕੱਢ ਦਿੰਦੇ ਆ। ਸੱਚੀ ਦਰਗਾਹ ਮੰਨੀਆਨ। ਉਹ ਸੱਚੀ ਦਰਗਾਹ ਦੇ ਅੰਦਰ ਫਿਰ ਸੱਚਖੰਡ ਦੇ ਅੰਦਰ ਮਾਨਨੀਏ ਹੁੰਦੇ ਆ, ਮੰਨੇ ਜਾਂਦੇ ਆ। ਸਾਧ ਸੰਗਤ ਜੀ ਇਹੋ ਜੀ ਉਹਨਾਂ ਦੀ ਉੱਥੇ ਜਿਹੜੀ ਹੈ ਅਦਬ ਹੁੰਦਾ ਹੈ, ਸਤਕਾਰ ਹੁੰਦਾ ਹੈ। ਮਹਾਰਾਜ ਤਾਂ ਆਖਿਆ ਕਿ ਭਾਈ ਇਹੋ ਜਿਹਾ ਪੁਰਖ ਕੋਈ ਜਦੋਂ ਸਰੀਰ ਛੱਡਦਾ, ਲੋਕ ਇੱਥੇ ਹਾਹਾਕਾਰ ਕਰਦੇ ਤੇ ਸਵਰਗਾਂ ਵਿੱਚ ਦੇਵਤੇ ਵੀ ਜੈ ਜੈਕਾਰਾਂ ਕਰਦੇ ਆ ਉਹਨਾਂ ਦੀਆਂ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੀ ਸਤਸੰਗਤ ਰੂਪੀ ਦਰਗਾਹ ਹੈ
ਉਹਦੇ ਅੰਦਰ ਵੀ ਮਹਾਰਾਜ ਕਹਿੰਦੇ ਭਾਈ ਸਚਿਆਰ ਜਿਹੜੇ ਆ ਉਹ ਮੰਨੇ ਜਾਂਦੇ, ਭਾਵ ਕਬੂਲ ਪੈਂਦੇ ਆ। ਸਚਿਆਰ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਇਉਂ ਮਹਾਰਾਜ ਜੀ ਦੇ ਕੋਲ ਬੈਠਦੇ ਆ ਸਚਿਆਰ ਸਿੱਖ। ਉਹਨਾਂ ਨੂੰ ਸਤਿਗੁਰਾਂ ਜੀ ਨਾਲ ਕੋਲ ਬਹਿਣਾ ਬੜਾ ਹੀ ਚੰਗਾ ਲੱਗਦਾ। ਮਹਾਰਾਜ ਦਾ ਹਰ ਵੇਲੇ ਸਾਥ ਕਰਦੇ, ਸਤਿਗੁਰੂ ਜੀ ਦੇ ਕੋਲ ਮਹਾਰਾਜ ਦੇ ਚੌਰ ਕਰਦੇ ਆ। ਗੁਰੂ ਸਾਹਿਬ ਜੀ ਦੀ ਭਾਵਨਾ ਨਾਲ ਕੋਲ ਬੈਠੇ ਮਹਾਰਾਜ ਦੇ ਅੱਗੇ ਆਪਣੇ ਮਨ ਦੀਆਂ ਗੱਲਾਂ ਕਰਦੇ ਆ। ਹਜੂਰ ਦੀ ਤਾਬਿਆ ਬੈਠੇ ਬਾਣੀ ਪੜ੍ਹਦੇ ਆ। ਇਉਂ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਸੰਗਤ ਵਿੱਚ ਹੀ ਉਹਨਾਂ ਦਾ ਚਿੱਤ ਲੱਗਦਾ ਹੈ। ਮਹਾਰਾਜ ਕਹਿੰਦੇ ਭਾਈ ਸੱਚਖੰਡ ਰੂਪੀ ਦਰਗਾਹ ਦੇ ਅੰਦਰ ਵੀ ਉਹ ਮੰਨੇ ਜਾਂਦੇ ਆ, ਸਤਿਕਾਰੇ ਜਾਂਦੇ ਹਨ। ਗੁਰ ਕਾ ਪ੍ਰੇਮ ਪਿਆਰ। ਕਿਉਂ ਸਤਿਕਾਰੇ ਜਾਂਦੇ? ਕਿਉਂਕਿ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਸਾਧ ਸੰਗਤ ਜੀ ਪ੍ਰੇਮ ਵਿੱਚ ਮਨ ਦਾ ਜਿਹੜਾ ਨਾ ਉਹ ਲਗਾਵ ਹੈ। ਮਨ ਜਿਹੜਾ ਪ੍ਰੇਮ ਵਿੱਚ ਭਿੱਜਾ ਹੋਇਆ ਹੈ ਤੇ ਤਨ ਸਰੀਰ ਦੇ ਅੰਦਰ ਵੀ ਉਹਨਾਂ ਦੇ ਪਿਆਰ ਹੈ। ਇਸ ਕਰਕੇ ਮਹਾਰਾਜ ਦਾ ਇਹੋ ਜਿਹਾ ਪਿਆਰ ਉਹਨਾਂ ਨੂੰ ਲੱਗਾ ਕਿ ਇੱਥੇ ਵੀ ਉਹਨਾਂ ਨੂੰ ਸਤਿਕਾਰ ਮਿਲਦਾ ਹੈ ਤੇ ਪਰਲੋਕ ਵਿੱਚ ਵੀ ਉਹਨਾਂ ਨੂੰ ਮੰਨਿਆ ਜਾਂਦਾ, ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ। ਇਹ ਮਹਾਰਾਜ ਜੀ ਦੀ ਪ੍ਰੀਤ ਦੀ ਰੀਤ ਹੈ। ਸਤਿਗੁਰੂ ਜੀ ਦਾ ਪਿਆਰ ਇਹੋ ਜਿਹਾ ਲੱਗ ਜਾਂਦਾ ਹੈ ਕਿ ਸਭ ਥਾਵਾਂ ਤੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਗਣਤ ਤਿਨਾਦੀ ਕੋ ਕਿਆ ਕਰੇ। ਉਹਨਾਂ ਦੀ ਗਿਣਤੀ ਮਹਾਰਾਜ ਕਹਿੰਦੇ ਕੋਈ ਕੀ ਕਰ ਸਕਦਾ ਹੈ। ਉਹਨਾਂ ਦੇ ਸਾਧ ਸੰਗਤ ਜੀ ਕੋ ਪਿਛਲੇ ਕੀਤੇ ਹੋਏ ਜਿਹੜੇ ਖੁਟਿਆਈ ਵਾਲੇ ਕਰਮ, ਉਹਨਾਂ ਦੀ ਗਿਣਤੀ ਕੀ ਕਰ ਸਕਦਾ। ਜਦੋਂ ਖੋਟ ਹੀ ਕੱਢ ਦਿੱਤੀ ਮਹਾਰਾਜ ਨੇ ਵਿੱਚੋਂ, ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਆਪ ਦੀ ਮੋਹਰ ਲਾਤੀ ਸ਼ਬਦ ਦੀ, ਫਿਰ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਕੋਈ ਜਿਹੜੀ ਹੈ ਨਾ ਪਿਛਲੀ ਕੋਈ ਗਲਤੀਆਂ ਦੀ, ਕੋਈ ਖਟਿਆਈ ਦੀ ਗਿਣਤੀ ਧਰਮਰਾਜੇ ਵਰਗੇ ਕੀ ਕਰ ਸਕਦੇ ਆ। ਸੰਸਾਰ ਵਿੱਚ ਵੀ ਉਹਨਾਂ ਦੀ ਜਿਹੜੀ ਹੈ ਨਾ ਉਹ ਬਾਲਮੀਕ ਜੀ ਪਹਿਲੋਂ ਬਟਵਾਰੇ ਸੀ ਨਾ, ਰਾਹ ਮਾਰਦੇ ਸੀਗੇ, ਪਰ ਸਾਧ ਸੰਗਤ ਜੀ ਫਿਰ ਜਦੋਂ ਪਰਮੇਸ਼ਰ ਦੀ ਕਿਰਪਾ ਹੋਈ ਤੇ ਕਿੱਡੇ ਵੱਡੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਪਦਵੀ ਜਿਹੜੀ ਪ੍ਰਾਪਤ ਹੋਈ। ਕ੍ਰਿਸ਼ਨ ਜੀ ਨੇ ਉਹਨਾਂ ਨੂੰ ਪੂਜਿਆ, ਸਤਿਕਾਰਿਆ। ਇਸ ਤਰ੍ਹਾਂ ਅਵਤਾਰਾਂ ਨੇ ਵੀ ਉਹਨਾਂ ਦੇ ਚਰਨਾਂ ਨੂੰ ਪਰਸਿਆ। ਜਦੋਂ ਮਹਾਰਾਜ ਕਿਰਪਾ ਕਰ ਦਿੰਦੇ ਆ ਨਾ, ਗਨਕਾ ਦੇ ਵੇਸਵਾ ਦੇ ਕੋਈ ਔਗਣਾ ਦੇ ਪਾਪਾਂ ਨੂੰ ਗਿਣਿਆ ਗਿਆ ਸੀਗਾ? ਨਹੀਂ, ਉਹਦੇ ਫਿਰ ਪਾਪ ਨਹੀਂ ਗਿਣੇ ਗਏ। ਉਹ ਤਾਂ ਸੇ ਗਈ ਬੈਕੁੰਠ ਬਿਮਾਨ ਚੜ, ਨਰਕਾਂ ਵਿੱਚ ਨਾ ਖਾਧੋ ਸੁਗੋਤਾ। ਉਹ ਤਾਂ ਬੈਕੁੰਠ ਗਈ ਸੀ, ਫਿਰ ਵਿਮਾਨ ਤੇ ਚੜ ਕਰਕੇ ਵਿਮਾਨ ਲੈਣ ਆਏ ਸੀ ਉਸ ਨੂੰ। ਮਹਾਰਾਜ ਕਹਿੰਦੇ ਉਹਨਾਂ ਦੀ ਭਾਈ ਗਿਣਤੀ ਫਿਰ ਕੋਈ ਕੀ ਕਰ ਸਕਦਾ, ਜਿਹਨੂੰ ਮੇਰੇ ਸਤਿਗੁਰਾਂ ਜੀ ਨੇ ਹੀ ਖਰੇ ਕਰ ਦਿੱਤਾ ਏ। ਗਣਤ ਤਿਨਾਦੀ ਕੋ ਕਿਆ ਕਰੇ। ਉਹਨਾਂ ਦੀ ਗਿਣਤੀ ਕੋਈ ਔਗਣਾ ਦੀ, ਪਾਪਾਂ ਦੀ, ਮਹਾਰਾਜ ਕਹਿੰਦੇ ਹਿਸਾਬ ਕਿਤਾਬ ਉਹਨਾਂ ਦਾ ਕੋਈ ਕੀ ਗਿਣ ਸਕਦਾ ਏ। ਜੋ ਆਪ ਬਖਸ਼ੇ ਕਰਤਾਰ। ਜੋ ਮੇਰੇ ਕਰਤਾਰ ਨੇ ਵਾਹਿਗੁਰੂ ਨੇ ਆਪ ਹੀ ਬਖਸ਼ ਲਏ ਐ, ਜਿਹਦੇ ਹੱਥ ਵਿੱਚ ਸਭ ਦੀ ਹੁਕਮ ਰੂਪੀ ਤਾਰ ਹੈ। ਮਹਾਰਾਜ ਕਹਿੰਦੇ ਉਸ ਕਰਤਾਰ ਨੇ ਜਦੋਂ ਬਖਸ਼ ਲਿਆ ਹੈ ਤੇ ਫਿਰ ਥੱਲੇ ਕੋਈ ਪੁੱਛ ਕੀ ਸਕਦਾ ਹੈ। ਜਦੋਂ ਰਾਜਾ ਹੀ ਕਹਿ ਦੇ ਕਿ ਇਹ ਮੇਰਾ ਖਾਸ ਹੈ ਤੇ ਸੰਤਰੀ ਦੀ ਕੀ ਜ਼ਰੂਰਤ ਹੈ ਕਿ ਰੋਕ ਜੇ। ਉਹ ਕਹਿੰਦੇ ਮਹਾਰਾਜ ਸਾਡਾ ਸਗੋਂ ਖਿਆਲ ਰੱਖਿਓ ਕਿ ਸਾਡੀ ਨਾ ਕੋਈ ਗੱਲਬਾਤ ਸ਼ਿਕਾਇਤ ਕਿਤੇ ਲੱਗ ਜੇ ਮਹਾਰਾਜ ਦੇ ਕੋਲ। ਇਉਂ ਸਾਧ ਸੰਗਤ ਜੀ ਸਭ ਉਹਨਾਂ ਦੀਆਂ ਸਗੋਂ ਅੱਗੇ ਜਿਹੜੀਆਂ ਹਨ ਉਹ ਹਾਜ਼ਰੀਆਂ ਭਰਨ ਲੱਗ ਜਾਂਦੇ ਆ, ਉਹਨਾਂ ਹਲੀਮੀ ਨਾਲ ਬੋਲਦੇ ਆ। ਇਉਂ ਹੀ ਆ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਉਹਨਾਂ ਦੀ ਗਿਣਤੀ ਕੋਈ ਕੀ ਕਰ ਸਕਦਾ ਹੈ ਜੇ ਆਪ ਬਖਸ਼ੇ ਕਰਤਾਰ। ਜਿਨ੍ਹਾਂ ਨੂੰ ਕਰਤਾਰ ਸਰੂਪ ਗੁਰੂ ਨਾਨਕ ਸਾਹਿਬ ਨੇ ਆਪ ਹੀ ਬਖਸ਼ ਦਿੱਤਾ ਹੋਵੇ, ਉਹਨਾਂ ਦੀ ਗਿਣਤੀ ਕੋਈ ਕੀ ਕਰ ਸਕਦਾ ਹੈ। ਜਿਨ੍ਹਾਂ ਨੂੰ ਮੇਰੇ ਵਾਹਿਗੁਰੂ ਨੇ ਬਖਸ਼ ਦਿੱਤਾ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦੀ ਫਿਰ ਕੋਈ ਗਿਣਤੀ ਵਿਚਾਰ ਨਹੀਂ ਕਰ ਸਕਦਾ। ਇਹ ਸਤਿਗੁਰਾਂ ਜੀ ਨੇ ਪੌੜੀ ਦੁਆਰਾ ਮਹਾਰਾਜ ਸਿੱਖਿਆ ਦਿੱਤੀ। ਤੋਂ ਅੱਗੇ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਬਖਸ਼ਿਸ਼ ਕਰਨਗੇ ਕੱਲ ਨੂੰ ਸਰਵਣ ਕਰਾਂਗੇ, ਕਿਉਂਕਿ ਸਮਾਂ ਵੀ ਆਪਣੀ ਜਿਹੜੀ ਗਤੀ ਨਾਲ ਚੱਲਦਾ ਹੋਇਆ ਸੋ ਸੰਪੂਰਨ ਹੋ ਰਿਹਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਭਾਵੇਂ ਕਥਾ ਦਾ ਸਮਾਂ ਤਾਂ 8:30 ਤੱਕ ਹੀ ਹੁੰਦਾ ਹੈ, ਪਰ ਜਿਵੇਂ ਪ੍ਰਕਰਨ ਹੁੰਦਾ ਸਮਾਂ ਵੱਧ ਜਾਂਦਾ ਰੋਜ਼। ਤੋ ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਭਾਵੇਂ ਪੌੜੀ ਸੀਗੀ ਕਿਉਂਕਿ ਸਵਾਇਆ ਕਥਾ ਸੀ, ਇਸ ਕਰਕੇ ਸਮੇਂ ਸਿਰ ਸਮਾਪਤੀ ਹੈ। ਸਤਿਗੁਰੂ ਜੀ ਕਿਰਪਾ ਕਰਨ। ਮਹਾਰਾਜ ਜੀ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਭੁੱਲਾਂ ਸੱਚੇ ਪਾਤਸ਼ਾਹ ਜੀ ਬਖਸ਼ ਲੈਣੀਆਂ ਜੀ। ਸਾਚੀ ਦਰਗਹ ਮੰਨੀਅਨ ਗੁਰ ਕਾ ਪ੍ਰੇਮ ਪਿਆਰ। ਗਣਤ ਤਿਨਾਦੀ ਕੋ ਕਿਆ ਕਰੇ।
जो आप बख्शे करतार। वाहिगुरु जी का खालसा, वाहिगुरु जी की फतेह। अच्युत है पार ब्रह्म अविनाशी अगनाश, हे पूरन